my dear students. This is Kiran Matharu. How are you all? Hope you all are very fine. As you know, we have already finished our 2 chapters and 1 poem. And today we are going to start our 3rd chapter, How Daddy Decided What He Wanted to Be. Okay? So, are you ready? That's good. Okay. ਹਾਂਜੀ ਆ ਤੁਸੀਂ ਦੇਖੋ ਪਿਕਚਰ ਦਿਖ ਰਹੀ ਹੈ ਨਾ ਸਾਹਮਣੇ। ਇੱਥੇ ਕੀ ਆ, ਇੱਕ ਛੋਟਾ ਜਿਹਾ ਬੱਚਾ ਹੈ ਨਾ ਆਈਸਕ੍ਰੀਮ ਵਾਲੀ ਜਿਹੜੀ ਕਾਰਟ ਹੁੰਦੀ ਉਹ ਲੈ ਕੇ ਜਾ ਰਿਹਾ, ਤੇ ਉਹਦੇ ਨਾਲ ਨਾਲ ਹੋਰ ਬਹੁਤ ਪਿਕਚਰਸ ਵੀ ਹੈਗੀਆਂ ਉਹਦੇ ਆਲੇ ਦੁਆਲੇ ਹੈ ਨਾ। ਡੌਗ ਦੀ ਪਿਕਚਰ ਹੈ, ਇੱਕ ਸ਼ਿਪ, ਐਰੋਪਲੇਨ, ਇੱਕ ਕਾਰ ਹੈ, ਉਹਦੇ ਕੋਲ ਇੱਕ ਕੋਈ ਮਕੈਨਿਕ ਖੜਾ ਹੈ ਨਾ, ਤੇ ਇੱਧਰ ਇੱਕ ਛੋਟਾ ਉਹੀ ਬੱਚਾ ਤੇ ਉਹਦੇ ਫਾਦਰ ਨਾਲ ਖੜੇ ਹੈ ਨਾ। ਹਾਂਜੀ, ਜਿਹੜਾ ਹੁਣ ਆਪਾਂ ਇਹ ਚੈਪਟਰ ਰੀਡ ਕਰਨਾ ਨਾ, ਇਹਦੇ 'ਚ ਆਪਾਂ ਇਹ ਦੇਖਣਾ ਕਿ ਕਿਸ ਤਰ੍ਹਾਂ ਜਦੋਂ ਡੈਡੀ ਖੁਦ ਛੋਟੇ ਸੀ ਹੈ ਨਾ, ਛੋਟੇ ਬੱਚੇ ਸੀ ਉਹ, ਅਤੇ ਉਹ ਕਿਸ ਤਰ੍ਹਾਂ ਸੋਚਦੇ ਸੀ ਕਿ ਉਹਨਾਂ ਨੇ ਕੀ ਬਣਨਾ, ਵੱਡੇ ਹੋ ਕੇ ਕੀ ਬਣਨਾ ਉਹਨਾਂ ਨੇ। ਠੀਕ ਹੈ, ਆਪਣੇ ਨਾਲ ਵੀ ਹੁੰਦਾ ਨਾ, ਤੁਸੀਂ ਵੀ ਜਦੋਂ ਹੁਣ ਛੋਟੇ ਆ, ਤੁਸੀਂ ਜਦੋਂ ਵੀ ਤੁਹਾਡੇ ਪੇਰੈਂਟਸ ਪੁੱਛਦੇ ਤੁਹਾਨੂੰ ਵੀ ਤੂੰ ਵੱਡਾ ਹੋ ਕੇ ਕੀ ਬਣੇਗਾ ਹੈ ਨਾ, ਕਈ ਵਾਰੀ ਤੁਸੀਂ ਕੁਛ ਹੋਰ ਕਹਿ ਦਿੰਦੇ ਆ, ਕਈ ਵਾਰੀ ਜਵਾਬ ਤੁਹਾਡਾ ਫਿਰ ਕਦੀ ਬਦਲ ਜਾਂਦਾ, ਕੁਛ ਹੋਰ ਬੋਲ ਦਿੰਦੇ ਆ ਹੈ ਨਾ, ਚੇਂਜ ਹੁੰਦਾ ਰਹਿੰਦਾ ਆਪਣਾ ਮਾਈਂਡ ਹੈ ਨਾ। ਕਦੀ ਮਤਲਬ ਆਪਾਂ ਨੂੰ ਕੋਈ ਹੋਰ ਚੀਜ਼ ਵਧੀਆ ਲੱਗਦੀ ਵੀ ਮੈਂ ਤਾਂ ਆਹ ਬਣਨਾ ਵੱਡਾ ਹੋ ਕੇ ਹੈ ਨਾ, ਕਈ ਵਾਰੀ ਕੋਈ ਹੋਰ ਕਿਸੇ ਚੀਜ਼ ਤੋਂ ਇੰਪਰੈਸ ਹੋ ਜਾਂਦੇ, ਫਿਰ ਆਪਾਂ ਕਹਿ ਦਿੰਦੇ ਨਹੀਂ ਮੈਂ ਤਾਂ ਆਹ ਹੀ ਬਣੂੰਗਾ ਵੱਡਾ ਹੋ ਕੇ ਹੈ ਨਾ। ਇਸੇ ਤਰ੍ਹਾਂ ਦੀ ਇਹ ਸਟੋਰੀ ਆ, ਇਹ ਡੈਡੀ ਦੀ ਮਤਲਬ ਛੋਟੇ ਹੁੰਦੇ ਵਾਲੀ ਸਟੋਰੀ ਆ ਵੀ ਉਹ ਕਿਸ ਤਰੀਕੇ ਨਾਲ ਸੋਚਦਾ ਸੀ ਹੈ ਨਾ। ਚਲੋ ਬਹੁਤ ਵਧੀਆ ਸਟੋਰੀ ਆ, ਚਲੋ ਆਪਾਂ ਦੇਖਦੇ ਹਾਂ। ਹਾਂਜੀ, When Daddy was a little boy, ਜਦੋਂ ਡੈਡੀ ਇੱਕ ਛੋਟਾ ਲੜਕਾ ਸੀ, he was often asked, what do you want to be when you grow up? ਕਹਿੰਦੇ ਜਦੋਂ ਡੈਡੀ ਆਪ ਛੋਟੇ ਲੜਕੇ ਸੀ, ਉਹਨਾਂ ਤੋਂ ਅਕਸਰ ਪੁੱਛਿਆ ਜਾਂਦਾ ਸੀ ਵੀ ਤੂੰ ਵੱਡਾ ਹੋ ਕੇ ਕੀ ਬਣੇਗਾ ਹੈ ਨਾ। grow up means ਜਦੋਂ ਵੱਡਾ ਹੋ ਗਿਆ, ਬਾਲਗ ਹੋ ਗਿਆ, ਤਾਂ ਕੀ ਬਣੇਗਾ ਤੂੰ। ਡੈਡੀ always had an answer ready, ਤੇ ਡੈਡੀ ਦੇ ਕੋਲ ਵੀ ਹਮੇਸ਼ਾ ਹੀ ਜਵਾਬ ਜਿਹੜਾ ਉਹ ਤਿਆਰ ਹੀ ਹੁੰਦਾ ਸੀ। ਬਟ ਈਚ ਟਾਈਮ ਹਿਜ਼ ਆਨਸਰ ਵਾਜ਼ ਡਿਫਰੈਂਟ, ਪਰ ਹਰ ਵਾਰੀ ਜਿਹੜਾ ਉਹਦਾ ਜਵਾਬ ਸੀ ਨਾ ਉਹ ਅਲੱਗ ਹੁੰਦਾ ਸੀ। ਕਈ ਵਾਰੀ ਕੁਛ ਹੋਰ ਕਹਿ ਦਿੰਦਾ ਸੀ, ਕਦੀ ਦੂਸਰੀ ਵਾਰੀ ਫਿਰ ਕੁਛ ਹੋਰ ਬੋਲ ਦਿੰਦਾ ਸੀ। ਐਟ ਫਸਟ ਹੀ ਵੁੱਡ ਸੇ ਹੀ ਵਾਂਟਿਡ ਟੂ ਬੀ ਅ ਨਾਈਟ ਵਾਚਮੈਨ। ਕਹਿੰਦਾ ਸਭ ਤੋਂ ਪਹਿਲਾਂ ਜਦੋਂ ਉਹਨੂੰ ਇਹ ਗੱਲ ਪੁੱਛੀ ਵੀ ਤੂੰ ਕੀ ਬਣਨਾ ਵੱਡਾ ਹੋ ਕੇ ਹੈ ਨਾ, ਤੇ ਉਹ ਕਹਿੰਦਾ ਕਿ ਮੈਂ ਤਾਂ ਵੱਡਾ ਹੋ ਕੇ ਨਾ ਚੌਂਕੀਦਾਰ ਬਣੂ, ਰਾਤ ਨੂੰ ਜਿਹੜੀ ਚੌਂਕੀਦਾਰੀ ਕਰਦੇ ਹੁੰਦੇ, ਕਹਿੰਦਾ ਮੈਂ ਤਾਂ ਨਾਈਟ ਵਾਚਮੈਨ ਬਣਨਾ। He liked to think that while the whole town slept, the night watchman could walk about and make noises. ਤੇ ਉਹਨੂੰ ਕੀ ਲੱਗਦਾ ਸੀ, ਮਤਲਬ ਉਹਨੂੰ ਇਹ ਚੀਜ਼ ਸੋਚ ਕੇ ਵਧੀਆ ਲੱਗਦੀ ਹੁੰਦੀ ਸੀ ਵੀ ਜਦੋਂ ਸਾਰਾ ਸ਼ਹਿਰ ਸੋ ਜਾਂਦਾ ਹੈ ਨਾ, ਤੇ ਇਕੱਲਾ ਨਾਈਟ ਵਾਚਮੈਨ ਜਿਹੜਾ ਹੁੰਦਾ ਰਾਤ ਨੂੰ ਚੌਂਕੀਦਾਰੀ ਕਰਦਾ, ਕਹਿੰਦਾ ਉਹ ਜੋ ਮਰਜ਼ੀ ਕਰ ਸਕਦਾ ਹੁੰਦਾ ਹੈ ਨਾ, ਕਦੀ ਜਿੱਧਰ ਮਰਜ਼ੀ ਆ ਜਾ ਸਕਦਾ ਹੁੰਦਾ, ਅਤੇ ਸ਼ੋਰ ਸ਼ਰਾਬਾ ਕਰ ਸਕਦਾ ਹੁੰਦਾ ਹੈ ਨਾ, ਜਿੱਦਾਂ ਦੀਆਂ ਮਰਜ਼ੀ ਆਵਾਜ਼ਾਂ ਕੱਢ ਸਕਦਾ ਜਦੋਂ ਬਾਕੀ ਸਾਰੇ ਲੋਕ ਸੁੱਤੇ ਪਏ ਆ। He was quite certain he wanted to be a night watchman when he grew up. ਤੇ ਉਹਨੂੰ ਪੂਰਾ ਯਕੀਨ ਵੀ ਸੀਗਾ ਹੈ ਨਾ, ਕਹਿੰਦਾ ਕਿ ਜਦੋਂ ਮੈਂ ਵੱਡਾ ਹੋ ਗਿਆ ਤੇ ਉਹਨੇ ਉਹੀ ਨਾਈਟ ਵਾਚਮੈਨ ਹੀ ਬਣਨਾ, ਉਹਨੂੰ ਇਸ ਗੱਲ ਦਾ ਯਕੀਨ ਸੀ। But then he thought of the ice cream man who came along daily with his bright green cart. ਪਰ ਫਿਰ ਉਹਨੇ ਇੱਕ ਵਾਰੀ ਉਹਦੇ ਦਿਮਾਗ 'ਚ ਆਈ ਗੱਲ ਹੈ ਨਾ, ਉਹਨੇ ਇਹ ਗੱਲ ਸੋਚੀ ਕਿ ਕਿਉਂ ਨਾ ਮੈਂ ਆਈਸ ਕ੍ਰੀਮ ਮੈਨ ਹੀ ਬਣ ਜਾਵਾਂ, ਕਿਉਂਕਿ ਆਈਸਕ੍ਰੀਮ ਮੈਨ ਰੋਜ਼ ਆਉਂਦਾ ਹੁੰਦਾ ਸੀਗਾ ਆਪਣੇ, ਉਹਦੇ ਕੋਲ ਚਮਕੀਲੀ ਗ੍ਰੀਨ ਕਲਰ ਦੀ ਕਾਰਟ ਸੀ। ਠੀਕ ਹੈ, ਉਹਦੇ ਕੋਲ ਇੱਕ ਠੇਲਾ ਸੀ ਹੈ ਨਾ, ਜਿਹਦੇ ਵਿੱਚ ਉਹਨੇ ਆਈਸਕ੍ਰੀਮਸ ਰੱਖੀਆਂ ਹੁੰਦੀਆਂ ਸੀ, ਉਹ ਲੈ ਕੇ ਆਉਂਦਾ ਹੁੰਦਾ ਸੀ ਉਹ, ਅਤੇ ਉਹਨੇ ਵੀ ਆਪ ਵੀ ਉਹ ਕਹਿਣ ਲੱਗੇ, ਕਹਿੰਦਾ ਮੈਂ ਤਾਂ ਆਈਸਕ੍ਰੀਮ ਮੈਨ ਹੀ ਬਣ ਜਾਊਗਾ। ਇਫ ਹੀ ਬਿਕੇਮ ਐਨ ਆਈਸਕ੍ਰੀਮ ਮੈਨ ਹੀ ਕੁਡ ਹੈਵ ਅ ਕਾਰਟ ਐਂਡ ਈਟ ਆਲ ਦਾ ਆਈਸਕ੍ਰੀਮ ਹੀ ਵਾਂਟਿਡ ਟੂ। ਅਤੇ ਉਹ ਕੀ ਸੋਚਦਾ ਸੀ, ਕਹਿੰਦਾ ਜੇ ਮੈਂ ਵੀ ਵੱਡਾ ਹੋ ਕੇ ਆਈਸਕ੍ਰੀਮ ਮੈਨ ਬਣ ਗਿਆ, ਕਹਿੰਦਾ ਮੈਂ ਵੀ ਇਸ ਤਰ੍ਹਾਂ ਹੀ ਕਰੂੰਗਾ ਵੀ ਮੈਂ ਨਾ ਇਸ ਤਰ੍ਹਾਂ ਦੀ ਇੱਕ ਕਾਰਟ ਲੈ ਲੂੰਗਾ, ਇਸੇ ਤਰ੍ਹਾਂ ਦੀ ਇੱਕ ਗੱਡੀ ਲੈ ਲੂੰਗਾ, ਰੇੜਾ ਲੈ ਲੂੰਗਾ ਹੈ ਨਾ, ਠੇਲਾ ਟਾਈਪ, ਅਤੇ ਕਹਿੰਦਾ ਫਿਰ ਮੈਂ ਕੀ ਕਰ ਸਕਦਾ, ਕਹਿੰਦਾ ਮੈਂ ਆਪ ਹੀ ਸਾਰੀਆਂ ਆਈਸਕ੍ਰੀਮ ਵੀ ਖਾ ਜਾ ਕਰੂੰਗਾ ਹੈ ਨਾ, ਕਿਉਂਕਿ ਬੱਚਿਆਂ ਨੂੰ ਵਧੀਆ ਲੱਗਦੀ ਹੈ ਨਾ ਆਈਸਕ੍ਰੀਮ, ਅਤੇ ਉਹ ਵੀ ਇਹੀ ਸੋਚਦਾ, ਕਹਿੰਦਾ ਮੈਂ ਤਾਂ ਫਿਰ ਸਾਰੀਆਂ ਆਪ ਖਾ ਲਿਆ ਕਰੂੰਗਾ। ਸੋ ਲਿਟਲ ਡੈਡੀ ਡਿਸਾਈਡਡ ਟੂ ਬੀ ਐਨ ਆਈਸਕ੍ਰੀਮ ਮੈਨ। ਚਲੋ ਉਸ ਤੋਂ ਬਾਅਦ ਫਿਰ ਉਹਨੇ ਸੋਚਿਆ, ਕਹਿੰਦਾ ਚੱਲ ਹੁਣ ਤਾਂ ਮੈਂ, ਛੋਟੇ ਡੈਡੀ ਨੇ ਸੋਚਿਆ, ਠੀਕ ਹੈ, ਉਹਨੇ ਫੈਸਲਾ ਕੀਤਾ, ਕਹਿੰਦਾ ਮੈਂ ਤਾਂ ਆਈਸਕ੍ਰੀਮ ਮੈਨ ਹੀ ਬਣ ਜਾਣਾ। Little Daddy's parents were surprised to hear that their son wanted to be an ice cream man. ਹੁਣ ਜਿਹੜੇ ਛੋਟੇ ਡੈਡੀ ਦੇ ਪੇਰੈਂਟਸ ਸੀ ਉਸ ਟਾਈਮ, ਉਹਦੇ ਮਾਂ-ਬਾਪ ਸੀ, ਉਹ ਬੜੇ ਹੈਰਾਨ ਹੋਏ ਗੱਲ ਸੁਣ ਕੇ ਵੀ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਆਈਸਕ੍ਰੀਮ ਮੈਨ ਬਣਨਾ ਚਾਹੁੰਦਾ ਹੈ ਨਾ।
ਦੇ ਥੋਟ ਹੀ ਵਾਜ਼ ਓਨਲੀ ਟਰਾਈਂਗ ਟੂ ਬੀ ਫਨੀ। ਤੇ ਉਹਨਾਂ ਨੇ ਇਹ ਗੱਲ ਸੋਚੀ, ਉਹ ਕਹਿੰਦੇ ਇਹ ਤਾਂ ਵੈਸੇ ਹੀ ਮਜ਼ਾਕ ਹੀ ਕਰੀ ਜਾਂਦਾ, ਮਜ਼ਾਕ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਇਹ। ਬਟ ਲਿਟਲ ਡੈਡੀ ਸੀਰੀਅਸਲੀ ਥੋਟ ਇਟ ਵੁੱਡ ਬੀ ਅ ਵੈਰੀ ਟੇਸਟੀ ਵੇ ਆਫ ਲਾਈਫ ਵੈਨ ਹੀ ਗ੍ਰਿਊ ਅਪ। ਪਰ ਜਿਹੜਾ ਉਹ ਛੋਟਾ ਡੈਡੀ ਸੀ ਉਹ ਇਸ ਗੱਲ ਦੇ ਲਈ ਗੰਭੀਰ ਸੀਗਾ, ਹੈ ਨਾ, ਸੀਰੀਅਸ ਸੀ। ਉਹ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਵੱਡੇ ਹੋ ਕੇ ਜਿਹੜੀ ਜ਼ਿੰਦਗੀ ਆ ਉਹ ਵੀ ਬੜੀ ਮਜ਼ੇਦਾਰੀ ਹੋਵੇਗੀ, ਹੈ ਨਾ। ਦੈਨ ਵਨ ਡੇ ਲਿਟਲ ਡੈਡੀ saw a man wearing a blue uniform at an auto workshop। ਤੇ ਇੱਕ ਦਿਨ ਕੀ ਹੋਇਆ, ਫਿਰ ਜਿਹੜਾ ਛੋਟਾ ਡੈਡੀ ਸੀ ਨਾ, ਜੋ ਛੋਟਾ ਹੁੰਦਾ ਸੀ ਉਹਨੇ ਇੱਕ ਬਲੂ ਕਲਰ ਦੀ ਯੂਨੀਫਾਰਮ ਦੇ ਵਿੱਚ ਇੱਕ ਪਰਸਨ ਦੇਖਿਆ, ਇੱਕ ਉਹਨੂੰ ਮਿਲਿਆ ਕੋਈ, ਹੈ ਨਾ, ਮੈਨ ਮਿਲਿਆ, ਉਹਨੇ ਬਲੂ ਕਲਰ ਦੀ ਯੂਨੀਫਾਰਮ ਪਾਈ ਹੁੰਦੀ ਆ ਅਤੇ ਉਹ ਵਰਕਸ਼ਾਪ ਦੇ ਉੱਪਰ ਹੁੰਦਾ। ਆਟੋ ਵਰਕਸ਼ਾਪ ਦਾ ਮਤਲਬ ਜਿੱਥੇ ਕਾਰਾਂ ਵਗੈਰਾ ਹੁੰਦੀਆਂ, ਹੈ ਨਾ, ਉੱਥੇ ਰਿਪੇਅਰ ਹੁੰਦੀ ਹੈ ਨਾ, ਉੱਥੇ ਉਹ ਮਿਲਿਆ ਉਹਨੂੰ ਇੱਕ। ਦ ਮੈਨ ਵਾਜ਼ ਪਲੇਇੰਗ ਵਿਦ ਆਲ ਸੋਰਟਸ ਆਫ ਕਾਰ। ਅਤੇ ਉਹ ਆਦਮੀ ਨਾ ਸਾਰੇ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਾਰਾਂ ਨਾਲ ਇੱਕ ਤਰ੍ਹਾਂ ਖੇਡ ਰਿਹਾ ਸੀ। ਬਟ ਦੋਜ਼ ਵਰ ਰੀਅਲ ਕਾਰਸ ਨੋਟ ਟੋਇਜ਼। ਪਰ ਉਹ ਕਾਰਾਂ ਜਿਹੜੀਆਂ ਸੀ ਉਹ ਨਕਲੀ ਨਹੀਂ ਸੀਗੀਆਂ, ਹੈ ਨਾ, ਖਿਡੌਣੇ ਨਹੀਂ ਸੀ, ਉਹ ਅਸਲੀ ਕਾਰਾਂ ਸੀ। ਦ ਮੈਨ ਵੁੱਡ ਕ੍ਰਾਲ ਅੰਡਰ ਦ ਕਾਰਸ ਪਲੇਇੰਗ ਦੇਅਰ ਅ ਸਟ੍ਰੇਂਜ ਗੇਮ। ਉਹਨੇ ਦੇਖਿਆ, ਬੱਚਾ ਸੀ ਨਾ ਹੁਣ ਉਹ ਤਾਂ ਆਪ ਤਾਂ, ਉਹਨੇ ਦੇਖਿਆ, ਕਹਿੰਦਾ ਇਹ ਆਦਮੀ ਕੀ ਕਰ ਰਿਹਾ, ਕਾਰਾਂ ਦੇ ਨੀਚੇ ਕਦੀ ਤਾਂ ਰਿੰਗਣ ਲੱਗ ਜਾਂਦਾ। ਕ੍ਰੋਲਿੰਗ ਮੀਨਸ ਵੀ ਆਪਣੇ ਪੇਟ ਦੇ ਸਹਾਰੇ ਨੀਚੇ, ਹੈ ਨਾ, ਉਲਟਾ ਪੈ ਕੇ ਅਤੇ ਨੀਚੇ ਮਤਲਬ ਕੋਈ ਕੰਮ ਕਰਨਾ। ਜਿਸ ਤਰ੍ਹਾਂ ਆਪਾਂ ਕ੍ਰੋਲਿੰਗ ਕਹਿ ਦਿੰਦੇ, ਸੱਪ ਜਦੋਂ ਚੱਲਦਾ, ਹੈ ਨਾ, ਆਪਾਂ ਉਹਨੂੰ ਕਹਿ ਦਿੰਦੇ ਕ੍ਰੋਲਿੰਗ, ਠੀਕ ਹੈ, ਰੇਂਗਦਾ ਉਹ। ਇਸ ਤਰੀਕੇ ਨਾਲ ਉਹ ਦੇਖਦਾ, ਕਹਿੰਦਾ ਇਹ ਆਦਮੀ ਕੀ ਕਰ ਰਿਹਾ, ਕਾਰਾਂ ਦੇ ਨੀਚੇ ਰੇਂਗਦਾ ਆ, ਹੈ ਨਾ, ਅਤੇ ਉੱਥੇ ਥੱਲੇ ਕੋਈ ਇਸ ਤਰ੍ਹਾਂ ਲੱਗਦਾ ਵੀ ਇਹ ਤਾਂ ਕੋਈ ਅਜੀਬ ਜਿਹੀ ਕੋਈ ਖੇਡ ਹੀ ਖੇਡੀ ਜਾਂਦਾ ਕਾਰਾਂ ਦੇ ਨੀਚੇ ਵੜ ਕੇ, ਹੈ ਨਾ। ਹੂਜ਼ ਦੈਟ ਮੈਨ ਲਿਟਲ ਡੈਡੀ ਆਸਕਡ। ਅਤੇ ਫਿਰ ਛੋਟੇ ਡੈਡੀ ਨੇ ਪੁੱਛਿਆ, ਕਹਿੰਦਾ ਇਹ ਆਦਮੀ ਕੌਣ ਆ। ਹੀ ਇਜ਼ ਅ ਕਾਰ ਮਕੈਨਿਕ ਸੈਡ ਵਨ ਆਫ ਦ ਵਰਕਰਸ। ਅਤੇ ਜਿਹੜੇ ਉੱਥੇ ਕੰਮ ਕਰਨ ਵਾਲੇ ਵਰਕਰ ਸੀ, ਹੈ ਨਾ, ਉਹਨਾਂ ਦੇ ਵਿੱਚੋਂ ਇੱਕ ਨੇ ਦੱਸਿਆ, ਕਹਿੰਦਾ ਇਹ ਵੀ ਕਾਰ ਮਕੈਨਿਕ ਆ, ਇਹ ਕਾਰਾਂ ਨੂੰ ਠੀਕ ਕਰਨ ਵਾਲਾ ਆ, ਹੈ ਨਾ। ਨਾਓ ਲਿਟਲ ਡੈਡੀ ਸੈਡ ਹੀ ਵੁੱਡ ਬੀ ਅ ਕਾਰ ਮਕੈਨਿਕ। ਹੁਣ ਉਹਨੇ ਕੀ ਸੋਚ ਲਿਆ ਫਿਰ, ਹੈ ਨਾ, ਲਿਟਲ ਡੈਡੀ ਨੇ, ਛੋਟੇ ਡੈਡੀ ਨੇ, ਕਹਿੰਦਾ ਠੀਕ ਹੈ ਫਿਰ ਮੈਂ ਤਾਂ ਕਾਰ ਮਕੈਨਿਕ ਹੀ ਬਣ ਜੂ। ਹੀ ਵੁੱਡ ਪਲੇ ਆਲ ਦ ਟਾਈਮ ਵਿਦ ਕਾਰਜ਼, ਹੈ ਨਾ, ਕਹਿੰਦਾ ਫਿਰ ਕੀ ਉਹ ਸਾਰੇ ਮਤਲਬ ਸਾਰਾ ਟਾਈਮ ਹੀ ਕਾਰਾਂ ਨਾਲ ਹੀ ਖੇਡ ਸਕਦਾ, ਹੈ ਨਾ। ਦੇਅਰ ਕੁਡ ਬੀ ਨਥਿੰਗ ਇਨ ਦ ਵਰਲਡ ਮੋਰ ਇੰਟਰਸਟਿੰਗ। ਅਤੇ ਕਹਿੰਦਾ ਫਿਰ ਤਾਂ ਇਦੋਂ ਵੱਧ ਦੁਨੀਆ 'ਚ ਕੋਈ ਹੋਰ ਇੰਨੀ ਇੰਟਰਸਟਿੰਗ ਚੀਜ਼, ਇੰਨੀ ਦਿਲਚਸਪ ਚੀਜ਼ ਹੋਰ ਹੈ ਹੀ ਨਹੀਂ, ਹੈ ਨਾ। ਨਥਿੰਗ ਟਰੂਲੀ, ਕਹਿੰਦਾ ਸਹੀ ਗੱਲ ਹੈ ਇਹ ਤਾਂ, ਵੀ ਹੈ ਹੀ ਨਹੀਂ ਹੋਰ ਕੋਈ ਇਦੋਂ ਵਧੀਆ ਕੰਮ ਤਾਂ। ਵੈਨ ਡੈਡੀ ਸੈਡ ਹੀ ਵੁੱਡ ਬੀ ਅ ਕਾਰ ਮਕੈਨਿਕ ਸਮਵਨ ਆਸਕਡ ਹਿਮ। ਹਾਂਜੀ, ਜਦੋਂ ਡੈਡੀ ਨੇ ਕਿਹਾ ਵੀ ਮੈਂ ਕਾਰ ਮਕੈਨਿਕ ਬਣਨਾ, ਹੈ ਨਾ, ਠੀਕ ਹੈ, ਫਿਰ ਉਹਨੂੰ ਕਿਸੇ ਨੇ ਪੁੱਛਿਆ ਦੁਬਾਰਾ, ਹੈ ਨਾ, ਕਹਿੰਦਾ ਬਟ ਵਟ ਅਬਾਊਟ ਦ ਆਈਸ ਕ੍ਰੀਮ ਮੈਨ। ਕਹਿੰਦਾ ਫਿਰ ਜੇ ਤੂੰ ਹੁਣ ਕਾਰ ਮਕੈਨਿਕ ਹੀ ਬਣ ਗਿਆ, ਕਹਿੰਦਾ ਫਿਰ ਆਈਸ ਕ੍ਰੀਮ ਮੈਨ ਕੌਣ ਬਣੂ, ਹੈ ਨਾ, ਆਈਸ ਕ੍ਰੀਮ ਮੈਨ ਦਾ ਕੀ ਬਣੂ ਫਿਰ, ਉਹਦੇ ਬਾਰੇ ਦੱਸ। ਦੈਟ ਵਾਜ਼ ਅ ਪ੍ਰੋਬਲਮ ਇਨਡੀਡ। ਕਹਿੰਦਾ ਹਾਂ ਇਹ ਤਾਂ ਸੱਚੀ ਇੱਕ ਸਮੱਸਿਆ ਸੀਗੀ। ਡੈਡੀ had decided to become a car mechanic but he did not want to give up the bright green ice cream cart also। ਤੇ ਹੁਣ ਜਿਹੜਾ ਡੈਡੀ ਸੀ, ਹੈ ਨਾ, ਉਹ ਡਿਸਾਈਡ ਉਹਨੇ ਜਦੋਂ ਕਰ ਲਿਆ ਵੀ ਮੈਂ ਤਾਂ ਕਾਰ ਮਕੈਨਿਕ ਬਣਨਾ, ਉਹਨੇ ਇਹ ਡਿਸਾਈਡ ਕਰ ਲਿਆ, ਉਹਨੇ ਫੈਸਲਾ ਕਰ ਲਿਆ। ਅਤੇ ਕਹਿੰਦਾ ਪਰ ਨਾਲ ਹੀ ਉਹ ਜਿਹੜੇ ਗ੍ਰੀਨ ਕਲਰ ਦੀ ਕਾਰਟ ਸੀਗੀ, ਹੈ ਨਾ, ਆਈਸ ਕ੍ਰੀਮ ਵਾਲੀ, ਉਹ ਵੀ ਨਹੀਂ ਸੀ ਛੱਡਣਾ ਚਾਹੁੰਦਾ ਵੀ ਮੈਂ ਤਾਂ ਉਹ ਵੀ ਬਣਨਾ ਆ। ਸੂਨ ਹੀ ਫਾਊਂਡ ਅ ਵੇ ਆਊਟ। ਫਿਰ ਛੇਤੀ ਉਹਨੇ ਦਾ ਇੱਕ ਹੱਲ ਵੀ ਲੱਭ ਲਿਆ ਆਪ ਹੀ, ਵੀ ਮੈਂ ਕਿਸ ਤਰ੍ਹਾਂ ਆਈਸ ਕ੍ਰੀਮ ਮੈਨ ਵੀ ਬਣ ਸਕਦਾ ਅਤੇ ਕਾਰ ਮਕੈਨਿਕ ਵੀ ਕਿਸ ਤਰ੍ਹਾਂ ਬਣ ਸਕਦਾ। ਆਈ ਵਿਲ ਬੀ ਅ ਕਾਰ ਮਕੈਨਿਕ ਐਂਡ ਐਨ ਆਈਸ ਕ੍ਰੀਮ ਮੈਨ। ਕਹਿੰਦਾ ਮੈਂ ਕਾਰ ਮਕੈਨਿਕ ਵੀ ਬਣਾਂਗਾ ਅਤੇ ਆਈਸ ਕ੍ਰੀਮ ਮੈਨ ਦੋਨੇ ਬਣ ਜੂਗਾ। ਐਵਰੀ ਵਨ ਵਾਜ਼ ਸਰਪ੍ਰਾਈਜ਼ਡ। ਉਹਦੀ ਆਹ ਗੱਲ ਜਦੋਂ ਉਹਨੇ ਕਹੀ ਵੀ ਮੈਂ ਤਾਂ ਦੋਨੇ ਬਣ ਜੂ, ਹੈ ਨਾ, ਫਿਰ ਸਾਰੇ ਹੈਰਾਨ ਸੀ ਉਹਦੀ ਗੱਲ ਸੁਣ ਕੇ। ਬਟ ਲਿਟਲ ਡੈਡੀ ਸੈਡ ਦੈਟ ਵੋਂਟ ਬੀ ਹਾਰਡ ਐਟ ਆਲ। ਫਿਰ ਉਹ ਛੋਟੇ ਡੈਡੀ ਨੇ ਕੀ ਕਿਹਾ, ਕਹਿੰਦਾ ਕੋਈ ਇੰਨੇ ਮੁਸ਼ਕਿਲ ਕੰਮ ਨਹੀਂ ਹੈਗਾ, ਇਹ ਹੋ ਸਕਦਾ ਆ। ਫਿਰ ਉਹਨੇ ਅੱਗੇ ਦੇਖੋ ਕੀ ਕਿਹਾ, ਆਈ ਵਿਲ ਸੈਲ ਆਈਸ ਕ੍ਰੀਮ ਫॉर ਸਮ ਟਾਈਮ ਇਨ ਦ ਮੋਰਨਿੰਗ। ਕਹਿੰਦਾ ਮੈਂ ਕੀ ਕਰਾਂਗਾ ਵੀ ਸਵੇਰੇ ਸਵੇਰੇ ਤਾਂ ਮੈਂ ਆਈਸ ਕ੍ਰੀਮ ਵੇਚਿਆ ਕਰੂੰ ਜਾ ਕੇ। ਦੈਨ ਆਈ ਵਿਲ ਗੋ ਟੂ ਦ ਆਟੋ ਵਰਕਸ਼ਾਪ। ਕਹਿੰਦਾ ਫਿਰ ਮੈਂ ਵਰਕਸ਼ਾਪ ਚਲੇ ਜਾਇਆ ਕਰੂੰਗਾ, ਹੈ ਨਾ। ਦੇਅਰ ਆਈ ਵਿਲ ਵਰਕ ਵਿਦ ਕਾਰਜ਼ ਫॉर ਸਮ ਟਾਈਮ ਐਂਡ ਅਗੇਨ ਗੋ ਟੂ ਸੈਲ ਮੋਰ ਆਫ ਆਈਸ ਕ੍ਰੀਮ। ਕਹਿੰਦਾ ਫਿਰ ਮੈਂ ਉੱਥੇ ਕੀ ਕਰੂੰਗਾ, ਉੱਥੇ ਜਾ ਕੇ ਥੋੜ੍ਹਾ ਟਾਈਮ ਕਾਰਾਂ ਦੇ ਨਾਲ ਕਾਰਾਂ ਦਾ ਕੰਮ ਕਰੂੰਗਾ ਅਤੇ ਫਿਰ ਦੁਬਾਰਾ ਜਾ ਕੇ ਉੱਥੋਂ ਫਿਰ ਆਈਸ ਕ੍ਰੀਮਾਂ ਵੇਚਿਆ ਕਰੂੰਗਾ। ਇਨ ਦ ਆਫਟਰਨੂਨ ਆਈ ਵਿਲ ਅਗੇਨ ਗੋ ਬੈਕ ਟੂ ਦ ਵਰਕਸ਼ਾਪ। ਕਹਿੰਦਾ ਅਤੇ ਫਿਰ ਦੁਪਹਿਰ ਤੋਂ ਬਾਅਦ ਮੈਂ ਫਿਰ ਦੁਬਾਰਾ ਵਰਕਸ਼ਾਪ ਚਲੇ ਜਾਇਆ ਕਰੂੰਗਾ। ਲੇਟਰ ਆਈ ਵਿਲ ਗੋ ਟੂ ਸੈਲ ਮੋਰ ਆਫ ਆਈਸ ਕ੍ਰੀਮ। ਕਹਿੰਦਾ ਉਦੋਂ ਬਾਅਦ ਫਿਰ ਮੈਂ ਆਈਸ ਕ੍ਰੀਮ ਵੇਚਣ ਚਲਾ ਜਾਇਆ ਕਰੂੰਗਾ।
I will park my green cart outside the workshop while I am working inside। ਕਹਿੰਦਾ ਮੈਂ ਇਸ ਤਰ੍ਹਾਂ ਵੀ ਕਰ ਸਕਦਾ ਵੀ ਜਦੋਂ ਮੈਂ ਉੱਥੇ ਜਾ ਕੇ ਵਰਕਸ਼ਾਪ ਦੇ ਅੰਦਰ ਕੰਮ ਕਰਨਾ ਤਾਂ ਮੈਂ ਤਾਂ ਉੱਥੇ ਬਾਹਰ ਹੀ ਆਪਣੀ ਜਿਹੜੀ ਉਹ ਮੇਰੀ ਰੇਹੜੀ ਹੋਇਆ ਕਰੂਗੀ ਹੈ ਨਾ ਆਈਸਕ੍ਰੀਮਸ ਵਾਲੀ, ਕਹਿੰਦਾ ਉਹ ਵੀ ਮੈਂ ਬਾਹਰ ਹੀ ਖੜੀ ਕਰਕੇ ਚਲਾ ਜਾਇਆ ਕਰੂੰਗਾ, ਅੰਦਰ ਜਾ ਕੇ ਮੈਂ ਆਪਣਾ ਕੰਮ ਕਰ ਲਿਆ ਕਰੂੰ ਹੈ ਨਾ। ਇਸ ਤਰੀਕੇ ਨਾਲ ਮਤਲਬ ਉਹ ਪਲਾਨ ਕਰ ਲੈਂਦਾ ਵੀ ਮੈਂ ਦੋਨੇ ਕੰਮ ਕਰ ਸਕਦਾ। ਹਾਂਜੀ, everyone laughed to hear little daddy, ਤੇ ਸਾਰੇ ਹੀ ਉਹਦੀ ਗੱਲ ਸੁਣ ਕੇ ਹੈ ਨਾ ਲਿਟਲ ਡੈਡੀ ਦੀ ਹੱਸਣ ਲੱਗ ਜਾਂਦੇ। It made him angry and he said, if you laugh at me I will be a night watchman also। ਤੇ ਫਿਰ ਉਹ ਗੁੱਸੇ ਹੋ ਜਾਂਦਾ, ਹੁੰਦਾ ਨਾ ਇੱਦਾਂ ਜਦੋਂ ਬੱਚੇ ਨੂੰ ਆਪਾਂ ਹੱਸਣ ਲੱਗ ਜਾਂਦੇ ਉਹਦੀਆਂ ਗੱਲਾਂ 'ਤੇ ਜ਼ਿਆਦਾ ਅਤੇ ਉਹਨੂੰ ਗੁੱਸਾ ਆ ਜਾਂਦਾ। ਇਸੇ ਤਰ੍ਹਾਂ ਉਹ ਛੋਟਾ ਸੀ ਨਾ ਅਤੇ ਉਹ ਵੀ ਗੱਲਾਂ ਸੁਣ ਕੇ ਨਾ ਗੁੱਸਾ ਆ ਜਾਂਦਾ। ਅਤੇ ਫਿਰ ਉਹ ਕਹਿੰਦਾ ਜੇ ਹੁਣ ਤੁਸੀਂ ਮੇਰੇ ਉੱਪਰ ਇਸੇ ਤਰ੍ਹਾਂ ਹੱਸੋਗੇ ਹੈ ਨਾ, ਕਹਿੰਦਾ ਫਿਰ ਮੈਂ ਕੀ ਕਰੂੰਗਾ, ਮੈਂ ਨਾਈਟ ਵਾਚਮੈਨ ਵੀ ਬਣ ਜਾਊਂਗਾ ਨਾਲ ਹੋਰ। ਆਫਟਰ ਆਲ ਦੇਅਰ ਇਜ਼ ਨਥਿੰਗ ਟੂ ਡੂ ਐਟ ਨਾਈਟ, ਕਹਿੰਦਾ ਜੇ ਇੱਦਾਂ ਹੀ ਹੱਸੋਗੇ ਨਾ ਅਤੇ ਤੀਸਰਾ ਕੰਮ ਮੈਂ ਹੋਰ ਵੀ ਕਰ ਸਕਦਾ, ਮੈਂ ਕੀ ਕਰੂੰ, ਨਾਈਟ ਵਾਚਮੈਨ ਵੀ ਬਣ ਜਾਊਂਗਾ। ਕਹਿੰਦਾ ਫਿਰ ਵੀ ਸਾਰੀ ਰਾਤ ਨੂੰ ਮੈਂ ਹੋਰ ਕੀ ਕੰਮ ਕਰਨਾ ਹੁੰਦਾ ਹੈ ਨਾ, ਰਾਤ ਨੂੰ ਵੀ ਤਾਂ ਕਹਿੰਦਾ ਮੈਂ ਫ੍ਰੀ ਹੋਇਆ ਕਰਨਾ, ਤਾਂ ਰਾਤ ਨੂੰ ਮੈਂ ਨਾਈਟ ਵਾਚਮੈਨ ਬਣ ਜਾਇਆ ਕਰੂੰਗਾ ਹੈ ਨਾ। ਇਸ ਤਰੀਕੇ ਨਾਲ ਉਹਨੇ ਆਪਣੇ ਹੋਰ ਪਲੈਨਿੰਗ ਇੱਕ ਦੱਸ। ਐਵਰੀਵਨ ਹੈਡ ਟੂ ਐਗਰੀ ਵਿਦ ਲਿਟਲ ਡੈਡੀ, ਸਾਰੇ ਹੁਣ ਉਹਦੇ ਨਾਲ ਸਹਿਮਤ ਹੋ ਜਾਂਦੇ ਲਿਟਲ ਡੈਡੀ ਦੇ ਨਾਲ, ਛੋਟੇ ਡੈਡੀ ਨਾਲ ਹਰ ਕੋਈ ਬੰਦਾ ਸਹਿਮਤ ਹੀ ਹੋ ਜਾਂਦਾ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਬਟ ਅ ਫਿਊ ਡੇਜ਼ ਲੇਟਰ ਹੀ ਚੇਂਜ ਹਿਜ਼ ਮਾਈਂਡ, ਅਤੇ ਫਿਰ ਕੀ ਹੋਇਆ, ਥੋੜ੍ਹੇ ਕੁ ਦਿਨਾਂ ਬਾਅਦ ਉਹਨੇ ਫਿਰ ਆਪਣਾ ਮਾਈਂਡ ਚੇਂਜ ਕਰ ਲਿਆ। ਫਿਰ ਉਹਨੇ ਆਪਣੀ ਜਿਹੜੀ ਥਿੰਕਿੰਗ ਸੀ, ਗੱਲ ਸੀਗੀ ਵੀ ਮੈਂ ਆਹ ਕੰਮ ਕਰਨਾ, ਫਿਰ ਬਦਲ ਗਿਆ ਉਹ। ਹੀ ਸੈਡ ਹੀ ਵਾਂਟਡ ਟੂ ਬੀ ਅ ਪਾਇਲਟ, ਫਿਰ ਕਹਿੰਦਾ ਮੈਂ ਤਾਂ ਪਾਇਲਟ ਹੀ ਬਣਨਾ, ਮੈਂ ਤਾਂ ਜਹਾਜ਼ ਹੀ ਉਡਾਇਆ ਕਰੂੰਗਾ। ਦੈਨ ਹੀ ਸੈਡ ਹੀ ਵਾਂਟਡ ਟੂ ਬੀ ਐਨ ਐਕਟਰ, ਫਿਰ ਉਹਨੂੰ ਕੋਈ ਫਿਲਮ ਵਧੀਆ ਲੱਗੀ ਹੋਊਗੀ ਹੈ ਨਾ, ਫਿਰ ਉਦੋਂ ਬਾਅਦ ਕਹਿੰਦਾ ਨਾ ਮੈਂ ਤਾਂ ਵੱਡਾ ਹੋ ਕੇ ਐਕਟਰ ਬਣਨਾ। ਐਂਡ ਆਫਟਰ ਗ੍ਰੈਂਡਪਾ ਟੁਕ ਹਿਮ ਟੂ ਐਨ ਆਫਿਸ ਹੀ ਡਿਸਾਈਡਡ ਟੂ ਬੀ ਅ ਕਲਰਕ, ਅਤੇ ਇੱਕ ਵਾਰੀ ਫਿਰ ਉਹਦੇ ਦਾਦਾ ਜੀ ਉਹਨੂੰ ਆਫਿਸ 'ਚ ਲੈ ਗਏ ਕਿਸੇ 'ਚ ਹੈ ਨਾ, ਅਤੇ ਜਦੋਂ ਉੱਥੋਂ ਦੇਖ ਕੇ ਆਇਆ ਵਾਪਸ, ਫਿਰ ਆ ਕੇ ਉਹਨੇ ਫੈਸਲਾ ਕੀਤਾ, ਕਹਿੰਦਾ ਮੈਂ ਤਾਂ ਕਲਰਕ ਬਣੂਗਾ। ਟੂ ਬੀ ਅ ਸੇਲਰ ਵਾਜ਼ ਆਲਸੋ ਔਨ ਹਿਜ਼ ਮਾਈਂਡ, ਅਤੇ ਉਹਦੇ ਦਿਮਾਗ 'ਚ ਕਿਤੇ ਨਾ ਕਿਤੇ ਸੇਲਰ ਹੁੰਦਾ ਜਿਹੜਾ ਆਪਣਾ ਸ਼ਿਪ ਹੈ ਨਾ, ਸ਼ਿਪ ਚਲਾਉਣ ਵਾਲੇ ਹੁੰਦੇ ਉਹ, ਅਤੇ ਕਦੀ ਨਾ ਕਦੀ ਉਹਦੇ ਦਿਮਾਗ 'ਚ ਇਹ ਵੀ ਹੁੰਦਾ ਵੀ ਮੈਂ ਤਾਂ ਸੇਲਰ ਬਣ ਜਾਊਂਗਾ। ਔਰ ਐਟਲੀਸਟ ਅ ਸ਼ੈਫਰਡ, ਅਤੇ ਨਾਲ ਹੀ ਸ਼ੈਫਰਡ ਹੁੰਦਾ ਜਿਹੜੇ ਭੇਡਾਂ ਚਰਾਉਣ ਵਾਲੇ ਹੁੰਦੇ ਹੈ ਨਾ, ਚਰਵਾਹੇ, ਅਤੇ ਕਦੀ ਸੋਚਦਾ ਕਹਿੰਦਾ ਮੈਂ ਤਾਂ ਸ਼ੈਫਰਡ ਵੀ ਬਣ ਸਕਦਾ। ਠੀਕ ਹੈ, ਚਲੋ ਦੇਖੋ ਕਿੰਨਾ ਕੁਛ ਸੋਚਦਾ ਹੁੰਦਾ ਹੈ ਨਾ, ਬੱਚੇ ਸਾਰੇ ਇਸੇ ਤਰ੍ਹਾਂ ਸੋਚਦੇ ਹੁੰਦੇ ਹੈ ਨਾ। ਫਾਈਨਲੀ ਹੀ ਡਿਸਾਈਡਡ ਹੀ ਵਾਂਟਡ ਟੂ ਬੀ ਅ ਡੋਗ, ਚਲੋ ਹੁਣ ਦੇਖੋ ਲਾਸਟ ਦੇ ਵਿੱਚ, ਅੰਤ ਦੇ ਵਿੱਚ ਆ ਕੇ ਉਹਨੇ ਫੈਸਲਾ ਕੀਤਾ, ਕਹਿੰਦਾ ਮੈਂ ਤਾਂ ਡੋਗ ਹੀ ਬਣ ਜਾਵਾਂ। ਠੀਕ ਹੈ, ਵੱਡਾ ਹੋ ਕੇ ਮੈਂ ਤਾਂ ਡੋਗ ਹੀ ਬਣ ਜਾਣਾ। ਆਲ ਦੈਟ ਡੇ ਹੀ ਰੈਨ ਅਰਾਊਂਡ ਔਨ ਆਲ ਫੋਰਸ ਬਾਰਕਿੰਗ ਐਟ ਸਟ੍ਰੇਂਜਰਸ, ਫਿਰ ਸਾਰਾ ਦਿਨ ਕੀ ਕਰਦਾ ਵੀ ਸਾਰੇ ਆਪਣੇ ਮਤਲਬ ਦੋਨੋਂ ਹੱਥਾਂ ਦੇ ਅਤੇ ਪੈਰਾਂ 'ਤੇ ਘੁੰਮਦਾ ਰਹਿੰਦਾ। ਠੀਕ ਹੈ, ਅਤੇ ਜਿਹੜੇ ਸਟ੍ਰੇਂਜਰਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਹੈ ਨਾ, ਅਤੇ ਉਹਨਾਂ ਨੂੰ ਦੇਖ ਕੇ ਭੌਂਕੀ ਜਾਂਦਾ। ਹੀ ਈਵਨ ਟਰਾਈਡ ਟੂ ਬਾਈਟ ਐਨ ਐਲਡਰਲੀ ਲੇਡੀ ਵੈਨ ਸ਼ੀ ਵਾਂਟਡ ਟੂ ਪੈਟ ਹਿਜ਼ ਹੈਡ, ਅਤੇ ਉਹ ਕੋਸ਼ਿਸ਼ ਇਹ ਵੀ ਕਰਦਾ ਕਿ ਜੇ ਕੋਈ ਵੱਡੀ ਔਰਤ ਹੈ ਨਾ, ਉਮਰ ਦੀ ਵੱਡੀ ਔਰਤ ਉਹਨੂੰ ਸਿਰ ਉਹਦਾ ਥਾਪੜਨ ਦੀ ਕੋਸ਼ਿਸ਼ ਕਰਦੀ, ਠੀਕ ਹੈ, ਤਾਂ ਫਿਰ ਉਹਨੂੰ ਉਹ ਕੱਟਣ ਦੀ ਕੋਸ਼ਿਸ਼ ਕਰਦਾ। ਲਿਟਲ ਡੈਡੀ ਲਰਨਡ ਕੁਆਇਟ ਵੈਲ ਹਾਊ ਟੂ ਬਾਰਕ ਬਟ ਹੀ ਕੁਡ ਨੋਟ ਸਕ੍ਰੈਚ ਬਿਹਾਈਂਡ ਹਿਜ਼ ਈਅਰ ਵਿਦ ਹਿਜ਼ ਫੁੱਟ, ਕਹਿੰਦੇ ਛੋਟੇ ਡੈਡੀ ਨੇ ਬੜੇ ਵਧੀਆ ਤਰੀਕੇ ਨਾਲ ਜਿੱਦਾਂ ਕੁੱਤੇ ਭੌਂਕਦੇ ਨਾ, ਉਹ ਵੀ ਸਿੱਖ ਲਿਆ ਉਹਨੇ ਵੀ ਕਿਸ ਤਰ੍ਹਾਂ ਕੁੱਤੇ ਭੌਂਕਦੇ ਆ, ਉਹ ਵੀ ਸਿੱਖ ਜਾਂਦਾ। ਕਹਿੰਦਾ ਪਰ ਉਹ ਇਹ ਚੀਜ਼ ਸਿੱਖ ਨਹੀਂ ਸਕਿਆ ਕਿ ਆਪਣੇ ਜਿਸ ਤਰ੍ਹਾਂ ਕੁੱਤੇ ਆਪਾਂ ਦੇਖੇ ਨਹੀਂ ਵੀ ਆਪਣੇ ਪੈਰ ਦੇ ਨਾਲ ਆਪਣੇ ਕੰਨ ਦੇ ਪਿੱਛੇ ਸਕਰੈਚ ਦਾ ਹੁੰਦਾ, ਮਤਲਬ ਹੁੰਦਾ ਵੀ ਸਕਿਨ ਆਪਣੀ ਨੂੰ ਰਗੜਦੇ ਆ ਹੈ ਨਾ, ਸਕ੍ਰੈਚਿੰਗ, ਉਹ ਵੀ ਉਹਨੂੰ ਕਰਨਾ ਨਹੀਂ ਆਇਆ ਹਜੇ ਤੱਕ ਹੈ ਨਾ, ਉਹ ਸਿੱਖਿਆ ਨਹੀਂ ਸੀ ਉਹ ਵੀ ਕਿਸ ਤਰ੍ਹਾਂ ਕਰਦੇ ਇਹ ਆਪਣੇ ਪੈਰ ਨਾਲ ਆਪਣੇ ਕੰਨ ਦੇ ਪਿੱਛੇ ਕਿੱਦਾਂ ਰਗੜਦੇ ਆ ਇਹ ਹੈ ਨਾ ਸਕਿਨ ਨੂੰ। ਦ ਵੇ ਆਲ ਡੋਗਸ ਡੂ, ਜਿਹੜੇ ਕਿ ਸਾਰੇ ਕੁੱਤੇ ਕਰ ਸਕਦੇ ਹੁੰਦੇ ਆ ਹੈ ਨਾ, ਇਹ ਹੁੰਦਾ ਨਹੀਂ ਉਹਦੇ ਤੋਂ। ਹੀ ਥੋਟ ਇਫ ਹੀ ਵੈਂਟ ਆਊਟਸਾਈਡ ਐਂਡ ਸੈਟ ਬਿਸਾਈਡ ਸਟਰੀਟ ਡੋਗ ਹੀ ਵੁੱਡ ਲਰਨ ਇਟ ਮੋਰ ਕੁਇਕਲੀ, ਫਿਰ ਉਹਨੇ ਸੋਚਿਆ ਕਹਿੰਦਾ ਜੇ ਉਹ ਬਾਹਰ ਜਾ ਕੇ ਕਿਤੇ, ਅਤੇ ਬਾਹਰ ਜਿਹੜੇ ਗਲੀਆਂ 'ਚ ਕੁੱਤੇ ਹੁੰਦੇ ਆ ਵੀ ਉਹਨਾਂ 'ਚ ਦੇਖੇ ਜਾ ਕੇ ਉਹਨਾਂ 'ਚ ਬੈਠ ਜਾਵੇ, ਕਹਿੰਦਾ ਫਿਰ ਤਾਂ ਬੜੀ ਛੇਤੀ ਸਿੱਖ ਲੂਗਾ ਹੈ ਨਾ, ਇਹ ਵੀ ਚੀਜ਼ ਸਿੱਖ ਸਕਦਾ। ਐਂਡ ਦੈਟ ਵਾਜ਼ ਐਗਜ਼ੈਕਟਲੀ ਵਟ ਹੀ ਡਿਡ, ਅਤੇ ਇਹੀ ਚੀਜ਼ ਉਹ ਸਿੱਖਣਾ ਚਾਹੁੰਦਾ ਸੀ ਹੈ ਨਾ, ਇਹੀ ਕਰਨਾ ਚਾਹੁੰਦਾ ਸੀਗਾ। ਜਸਟ ਹੁਣ ਦੇਖੋ ਇੱਕ ਨਿਊ ਮਤਲਬ ਟਰਨਿੰਗ ਪੁਆਇੰਟ ਆ ਜਾਂਦਾ ਉਹਦੀ ਲਾਈਫ 'ਚ। ਹੁਣ ਕੀ ਹੁੰਦਾ, ਜਸਟ ਦੈਨ ਅ ਸੇਜ ਕੇਮ ਵਾਕਿੰਗ ਡਾਊਨ ਦਾ ਸਟਰੀਟ, ਅਤੇ ਉਹ ਦੇਖਦਾ ਕਿ ਇੱਕ ਸੰਤ ਹੁੰਦੇ ਕੋਈ ਉਹਨਾਂ ਦੀ ਗਲੀ ਵੱਲ ਆ ਰਹੇ ਹੁੰਦੇ ਆ ਉਹ ਹੈ ਨਾ। ਹੀ ਸਟੋਪਡ ਐਂਡ ਵਾਚਡ ਡੈਡੀ ਫੋਰ ਅ ਵਾਈਲ ਦੈਨ ਹੀ ਆਸਕਡ, ਅਤੇ ਉਹ ਉੱਥੇ ਰੁਕ ਜਾਂਦੇ
ਤੇ ਉਹ ਲਿਟਲ ਡੈਡੀ ਨੂੰ ਦੇਖਦੇ ਕੁਛ ਮਤਲਬ ਸਮਾਂ ਉਹਦੇ ਵੱਲ ਦੇਖੀ ਜਾਂਦੇ ਆ ਤੇ ਫਿਰ ਉਹ ਉਹਨੂੰ ਪੁੱਛਦੇ ਆ ਹੈ ਨਾ, ਤੇ ਕਹਿੰਦੇ ਵਾਟ ਆਰ ਯੂ ਡੂਇੰਗ, ਕਹਿੰਦਾ ਕੀ ਕਰ ਰਿਹਾ ਤੂੰ। ਫਿਰ ਉਹਨੇ ਆਨਸਰ ਦਿੱਤਾ ਆਈ ਐਮ ਟਰਾਈਂਗ ਟੂ ਬੀ ਅ ਡੌਗ ਲਿਟਲ ਡੈਡੀ ਸੈਡ। ਤੇ ਛੋਟੇ ਡੈਡੀ ਨੇ ਕੀ ਕਿਹਾ, ਕਹਿੰਦਾ ਮੈਂ ਤਾਂ ਕੁੱਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ, ਹੈ ਨਾ। ਆ ਦੇਖੋ ਪਿੱਛੇ ਡੌਗ ਬੈਠਾ, ਆ ਇੱਥੇ ਲਿਟਲ ਡੈਡੀ, ਹੈ ਨਾ। ਉਹ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰ੍ਹਾਂ ਉਹ ਆਪਣੇ ਪੈਰ ਨਾਲ ਆਪਣੇ ਕੰਨ ਦੇ ਉੱਪਰ ਸਕ੍ਰੈਚਿੰਗ ਕਰੇ, ਹੈ ਨਾ, ਖਾਰਿਸ਼ ਕਰ ਸਕਦਾ ਹੈ। ਹਾਂਜੀ ਹੁਣ ਦੇਖੋ ਕਿ ਡੋਂਟ ਯੂ ਵਾਂਟ ਟੂ ਬੀ ਅ ਮੈਨ ਆਸਕਡ ਦ ਸੇਜ। ਫਿਰ ਸੰਤ ਨੇ ਪੁੱਛਿਆ ਉਹਨੂੰ, ਕਹਿੰਦਾ ਕੀ ਤੂੰ ਕਹਿੰਦਾ ਇਨਸਾਨ ਨਹੀਂ ਬਣਨਾ ਚਾਹੁੰਦਾ। ਫਿਰ ਉਹਨੇ ਆਨਸਰ ਦਿੱਤਾ, ਕਹਿੰਦਾ ਆਈ ਹੈਵ ਬੀਨ ਅ ਮੈਨ ਫॉर ਅ ਲੌਂਗ ਟਾਈਮ ਸੈਡ ਡੈਡੀ। ਤੇ ਡੈਡੀ ਨੇ ਕੀ ਕਿਹਾ, ਕਹਿੰਦਾ ਇਨਸਾਨ ਤਾਂ ਮੈਂ ਬਹੁਤ ਟਾਈਮ ਦਾ ਬਣਿਆ ਹੀ ਹੋਇਆ ਹੈ ਨਾ, ਮੈਂ ਬਹੁਤ ਟਾਈਮ ਤੋਂ ਇਨਸਾਨ ਹੀ ਤਾਂ ਹੈਗਾ ਆ। ਵਟ ਸੌਰਟ ਆਫ ਮੈਨ ਆਰ ਯੂ ਇਫ ਯੂ ਕਾਂਟ ਬੀ ਅ ਡੌਗ ਈਵਨ। ਕਹਿੰਦਾ ਫਿਰ ਉਹਨੇ ਸੇਜ ਨੇ ਕਿਹਾ, ਕਹਿੰਦਾ ਕਿਸ ਤਰ੍ਹਾਂ ਦਾ ਇਨਸਾਨ ਆ ਤੂੰ ਜਿਹੜਾ ਕਿ ਇੱਕ ਕੁੱਤਾ ਵੀ ਨਹੀਂ ਬਣ ਸਕਦਾ, ਇੱਥੋਂ ਤੱਕ ਇੱਕ ਕੁੱਤਾ ਹੀ ਨਹੀਂ ਬਣ ਸਕਦਾ, ਤਾਂ ਤੂੰ ਇਨਸਾਨ ਕਿਸ ਤਰ੍ਹਾਂ ਦਾ ਫਿਰ। ਇਜ਼ ਦੈਟ ਵਾਟ ਅ ਮੈਨ ਇਜ਼ ਲਾਈਕ। ਕਹਿੰਦਾ ਕੀ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਆ, ਠੀਕ ਹੈ, ਵੀ ਕੁੱਤਾ ਵੀ ਨਹੀਂ ਬਣ ਸਕਿਆ, ਇਸ ਤਰ੍ਹਾਂ ਦੇ ਇਨਸਾਨ ਹੁੰਦੇ ਆ। ਵੈਲ ਵਟ ਇਜ਼ ਅ ਮੈਨ ਲਾਈਕ ਡੈਡੀ ਆਸਕਡ। ਫਿਰ ਡੈਡੀ ਨੇ ਪੁੱਛਿਆ, ਕਹਿੰਦਾ ਠੀਕ ਆ ਖੈਰ, ਕਹਿੰਦਾ ਫਿਰ ਮਨੁੱਖ ਜਾਂ ਇਨਸਾਨ ਕਿਸ ਤਰ੍ਹਾਂ ਦੇ ਹੁੰਦੇ ਆ, ਵੀ ਤੁਸੀਂ ਦੱਸ ਦਿਓ ਮੈਨੂੰ ਕਿਸ ਤਰ੍ਹਾਂ ਦੇ ਹੁੰਦੇ ਆ। ਫਿਰ ਉਹਨਾਂ ਨੇ ਕੀ ਕਿਹਾ, ਥਿੰਕ ਅਬਾਊਟ ਦੈਟ ਯੋਰਸੈਲਫ ਸੈਡ ਦ ਸੇਜ ਐਂਡ ਵਾਕਡ ਅਵੇ। ਫਿਰ ਉਹਨਾਂ ਨੇ ਕੀ ਕਿਹਾ ਸੰਤ ਨੇ, ਕਹਿੰਦੇ ਫਿਰ ਇਹ ਚੀਜ਼ ਬਾਰੇ ਤੂੰ ਆਪ ਸੋਚ, ਹੈ ਨਾ। ਤੇ ਇੰਨੀ ਗੱਲ ਕਹਿ ਕੇ ਉਹ ਉੱਥੋਂ ਵਾਕਡ ਅਵੇ ਚਲੇ ਗਏ, ਠੀਕ ਹੈ, ਉੱਥੋਂ ਦੂਰ ਚਲੇ ਗਏ। ਬਟ ਲਿਟਲ ਡੈਡੀ ਫੈਲਟ ਮਚ ਅਸ਼ੇਮਡ ਆਫ ਹਿਮਸੈਲਫ ਐਂਡ ਬਿਗੇਨ ਟੂ ਥਿੰਕ। ਤੇ ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਲਿਟਲ ਡੈਡੀ ਸੀ ਉਹਨੂੰ ਹੁਣ ਆਪਣੇ ਆਪ ਤੇ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਉਹਨੂੰ, ਠੀਕ ਹੈ। ਫਿਰ ਉਹਨੇ ਸੋਚਣਾ ਸ਼ੁਰੂ ਕੀਤਾ, ਹੀ ਥੋਟ ਐਂਡ ਥੋਟ, ਫਿਰ ਉਹ ਸੋਚਦਾ ਰਿਹਾ, ਹੈ ਨਾ, ਸੋਚੀ ਗਿਆ। ਦ ਮੋਰ ਹੀ ਥੋਟ ਦ ਮੋਰ ਅਸ਼ੇਮਡ ਹੀ ਵਾਜ਼ ਆਫ ਹਿਮਸੈਲਫ। ਜਿੰਨਾ ਹੀ ਉਹ ਵੱਧ ਸੋਚਦਾ ਉਨਾ ਹੀ ਜ਼ਿਆਦਾ ਉਹਨੂੰ ਆਪਣੇ ਆਪ ਦੇ ਉੱਤੇ ਫਿਰ ਸ਼ਰਮਿੰਦਗੀ ਮਹਿਸੂਸ ਹੁੰਦੀ। The sage had not explained to him what a man is like, ਕਿਉਂਕਿ ਸੰਤ ਉਹਨੂੰ ਇਹ ਗੱਲ ਨਹੀਂ ਸੀ ਸਮਝਾ ਕੇ ਗਏ, ਹੈ ਨਾ, ਇਸ ਗੱਲ ਦਾ ਵਰਣਨ ਉਹਨਾਂ ਨੇ ਨਹੀਂ ਕੀਤਾ ਸੀ ਉਹਨੂੰ ਵੀ ਇੱਕ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਆ ਜਾਂ ਇਨਸਾਨ ਕੀ ਹੁੰਦਾ ਹੈ। ਬਟ ਸਡਨਲੀ ਡੈਡੀ ਨਿਊ what a man is like। ਬਟ ਹੁਣ ਅਚਾਨਕ ਕੀ ਸੀ, ਡੈਡੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਅਸਲ ਦੇ ਵਿੱਚ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਆ, ਠੀਕ ਹੈ। ਐਂਡ ਹੀ ਰੀਅਲਾਈਜ਼ਡ another ਇੰਪੋਰਟੈਂਟ ਥਿੰਗ ਆਲਸੋ। ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਮਹੱਤਵਪੂਰਨ ਜਿਹੜੀ ਗੱਲ ਸੀ ਉਹ ਵੀ ਸਿੱਖ ਲਈ ਸੀ। ਇਟ ਵਾਜ਼ ਦੈਟ ਹੀ ਵਾਜ਼ ਯੈਟ ਟੂ ਸਮਾਲ ਟੂ ਨੋ ਵਟ ਹੀ ਵਾਂਟਡ ਟੂ ਬੀ। ਤੇ ਇਹ ਗੱਲ ਇਹ ਸੀ ਵੀ ਹਜੇ ਉਹ ਇਸ ਚੀਜ਼ ਨੂੰ ਸੋਚਣ ਬਾਰੇ ਬਹੁਤ ਛੋਟਾ ਆ, ਇਸ ਗੱਲ ਨੂੰ ਜਾਣਨ ਬਾਰੇ ਵੀ ਉਹਨੇ ਵੱਡਾ ਹੋ ਕੇ ਕੀ ਬਣਨਾ ਆ, ਹੈ ਨਾ। ਦ ਨੈਕਸਟ ਟਾਈਮ ਹੀ ਵਾਜ਼ ਆਸਕਡ ਵਟ ਹੀ ਵਾਂਟਡ ਟੂ ਬੀ, he thought of the sage and said I want to be a man। ਹਾਂਜੀ ਉਸ ਤੋਂ ਬਾਅਦ ਅਗਲੀ ਵਾਰੀ ਜਦੋਂ ਵੀ ਉਹਨੂੰ ਫਿਰ ਕੋਈ ਪੁੱਛਦਾ ਵੀ ਤੂੰ ਕੀ ਬਣਨਾ ਵੱਡਾ ਹੋ ਕੇ, ਤਾਂ ਉਹਨੂੰ ਹਮੇਸ਼ਾ ਹੀ ਸੰਤ ਦੀ ਜਿਹੜੀ ਗੱਲ ਸੀ ਉਹੀ ਯਾਦ ਆ ਜਾਂਦੀ। ਉਹ ਸੰਤ ਬਾਰੇ ਸੋਚਦੇ ਤੇ ਉਹ ਕਹਿੰਦਾ ਕਿ ਮੈਂ ਇਨਸਾਨ ਬਣਨਾ ਆ। No one laughed when little daddy said this। ਤੇ ਹੁਣ ਉਹਦੀ ਇਹ ਗੱਲ ਸੁਣ ਕੇ ਕੋਈ ਵੀ ਨਹੀਂ ਸੀ ਉਸਤੇ ਹੱਸਦਾ, ਲਿਟਲ ਡੈਡੀ ਤੇ ਛੋਟੇ ਡੈਡੀ ਦੀ ਇਸ ਗੱਲ ਨੂੰ ਸੁਣ ਕੇ ਕੋਈ ਵੀ ਨਹੀਂ ਸੀ ਹੱਸਿਆ। ਐਂਡ ਦੈਟ ਵਾਜ਼ ਦਾ ਬੈਸਟ ਆਂਸਰ ਹੀ ਕੁਡ ਥਿੰਕ ਆਫ। ਤੇ ਇਹੀ ਹੁਣ ਤੱਕ ਦਾ ਸਭ ਤੋਂ ਵਧੀਆ ਜਵਾਬ ਸੀ ਜੋ ਕਿ ਉਹਨੇ ਸੋਚਿਆ ਸੀ, ਹੈ ਨਾ। ਹੀ ਸਟਿਲ ਥਿੰਕਸ ਸੋ ਐਂਡ ਆਲਵੇਜ਼ ਸੇਜ਼ ਟੂ ਮੀ। ਤੇ ਹੁਣ ਵੀ ਉਹ ਇਹੀ ਗੱਲ ਹੀ ਸੋਚਦੇ ਸੀ, ਹੈ ਨਾ, ਤੇ ਮੈਨੂੰ ਵੀ ਹਮੇਸ਼ਾ ਇਹੀ ਗੱਲ ਕਹਿੰਦੇ ਆ ਉਹ। The only important thing you have to remember is that you must be a good man। ਕਹਿੰਦਾ ਕਿ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਆ ਉਹ ਇਹ ਆ, ਠੀਕ ਹੈ, ਇਹ ਯਾਦ ਰੱਖਣਾ ਜ਼ਰੂਰੀ ਆ ਕਿ ਤੁਸੀਂ ਇਨਸਾਨ ਕਿਵੇਂ ਇੱਕ ਚੰਗਾ ਇਨਸਾਨ ਬਣਨਾ ਹੀ ਜ਼ਿਆਦਾ ਜ਼ਰੂਰੀ ਆ, ਠੀਕ ਹੈ। ਵੀ ਇਸ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਆਪਾਂ ਨੂੰ ਵੀ ਤੁਸੀਂ ਇੱਕ ਵਧੀਆ ਇਨਸਾਨ ਕਿਸ ਤਰ੍ਹਾਂ ਬਣ ਸਕਦੇ ਆ। This is the most important thing whatever you want to be, a pilot, a shepherd, a sailor, an ice cream man or whatever। ਕਹਿੰਦੇ ਕਿ ਇਹੀ ਸਭ ਤੋਂ ਮਹੱਤਵਪੂਰਨ ਗੱਲ ਆ, ਚਾਹੇ ਤੁਸੀਂ ਕੁਛ ਵੀ ਬਣਨਾ, ਹੈ ਨਾ, ਚਾਹੇ ਤੁਸੀਂ ਪਾਇਲਟ ਬਣਨਾ, ਚਾਹੇ ਤੁਸੀਂ ਸ਼ੈਫਰਡ ਬਣਨਾ, ਹੈ ਨਾ, ਮੀਨਸ ਚਾਹੇ ਤੁਸੀਂ ਭੇਡਾਂ ਚਰਾਉਣ ਵਾਲਾ ਬਣਨਾ ਜਾਂ ਤੁਸੀਂ ਸੇਲਰ ਜਹਾਜ਼ ਚਲਾਉਣ ਵਾਲਾ ਬਣਨਾ,
ਚਾਹੇ ਤੁਸੀਂ ਆਈਸਕ੍ਰੀਮ ਮੈਨ ਬਣਨਾ ਜਾਂ ਇਸ ਤੋਂ ਇਲਾਵਾ ਜੋ ਵੀ ਤੁਸੀਂ ਚਾਹੁੰਦੇ ਕੁਛ ਹੋਰ ਹੈ ਨਾ, ਜੋ ਵੀ ਮਰਜ਼ੀ ਬਣਨਾ। ਐਂਡ ਅ ਮੈਨ ਡਜ਼ ਨੋਟ ਰੀਅਲੀ ਹੈਵ ਟੂ ਨੋ ਹਾਊ ਟੂ ਸਕ੍ਰੈਚ ਬਿਹਾਈਂਡ ਹਿਜ਼ ਈਅਰ ਵਿਦ ਹਿਜ਼ ਫੁੱਟ। ਤੇ ਕਹਿੰਦੇ ਫਿਰ ਇਨਸਾਨ ਨੂੰ ਇਹ ਚੀਜ਼ ਜਾਣਨ ਦੀ ਜ਼ਰੂਰਤ ਨਹੀਂ ਹੈਗੀ ਕਿ ਉਹਨੇ ਆਪਣੇ ਕੰਨ ਦੇ ਪਿੱਛੇ, ਠੀਕ ਹੈ, ਆਪਣੇ ਪੈਰ ਦੇ ਨਾਲ ਸਕ੍ਰੈਚ ਕਿਸ ਤਰ੍ਹਾਂ ਕਰਨਾ, ਰਗੜਨਾ ਕਿਸ ਤਰੀਕੇ ਨਾਲ ਆ, ਇਹ ਉਹਨੂੰ ਚੀਜ਼ ਜਾਣਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਸੋ ਇਟ ਇਜ਼ ਅ ਬਿਊਟੀਫੁਲ ਸਟੋਰੀ, ਹੈ ਨਾ, ਬਹੁਤ ਵਧੀਆ ਸਟੋਰੀ ਹੈ ਇਹ। ਅਤੇ ਇਹ ਸਟੋਰੀ ਜਿਹੜੀ ਉਹ ਰਸ਼ੀਅਨ ਸੀਗੇ, ਰੂਸ ਦੇ ਨਾਲ ਰਿਲੇਟਡ ਸੀਗੇ, ਅਤੇ ਇਹ ਪਹਿਲਾਂ ਰਸ਼ੀਅਨ ਲੈਂਗੁਏਜ ਦੇ ਵਿੱਚ ਹੀ ਲਿਖੀ ਹੋਈ ਸੀ ਅਤੇ ਇਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਅਲੈਗਜ਼ੈਂਡਰ ਰਸਕਿਨ ਨੇ। ਠੀਕ ਹੈ, ਅਲੈਗਜ਼ੈਂਡਰ ਜਿਹੜੇ ਰਸਕਿਨ ਸੀਗੇ ਉਹਨਾਂ ਨੇ ਇਹਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਸੀ। ਠੀਕ ਹੈ, ਇਹ ਸੀ ਹੁਣ ਤੁਹਾਡੀ ਸਟੋਰੀ, ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਲਿਓ। ਇਹਦੇ ਡਿਫੀਕਲਟ ਵਰਡਸ ਜਿਹੜੇ ਆ ਉਹਨੂੰ ਵੀ ਨੋਟ ਡਾਊਨ ਕਰ ਲਓ ਅਤੇ ਉਹਨਾਂ ਨੂੰ ਯਾਦ ਕਰ ਲਓ। ਠੀਕ ਹੈ, ਹਾਂਜੀ, ਚਲੋ ਹੁਣ ਆਪਾਂ ਇਹਦੀ ਐਕਸਰਸਾਈਜ਼ ਵੀ ਦੇਖ ਲਈਏ, ਹੈ ਨਾ, ਲੈਸਨ ਨੰਬਰ 3 ਦੀਆਂ। ਸਭ ਤੋਂ ਪਹਿਲਾਂ ਕੀ ਹੈ, ਨਿਊ ਵਰਡਸ, ਫਰੇਜ਼ਿਸ ਐਂਡ ਦੇਅਰ ਯੂਜ਼। ਹਾਂਜੀ, ਚੈਪਟਰ ਦੇ ਵਿੱਚ ਇਹ ਆਏ ਹੋਏ ਆ ਨਾ ਫਰੇਜ਼ਿਸ ਜਾਂ ਵਰਡਸ, ਉਹ ਦੇਖ ਲੈਂਦੇ ਆਪਾਂ ਇਹਨਾਂ ਦਾ ਇੱਕ ਵਾਰੀ ਮੀਨਿੰਗ। ਨੰਬਰ 1 ਸਰਟੇਨ, श्योर, ਇਹਦਾ ਮਤਲਬ ਵੀ ਯਕੀਨ, ਹੈ ਨਾ। ਵੀ ਆਰ ਸਰਟੇਨ ਆਰ ਟੀਮ ਵਿਲ ਵਿਨ ਇਨ ਦਾ ਮੈਚ, ਅਤੇ ਵੀ ਸਾਨੂੰ ਪੂਰਾ ਯਕੀਨ ਸੀ ਕਿ ਸਾਡੀ ਟੀਮ ਮੈਚ ਜਿੱਤ ਜਾਵੇਗੀ। ਨੰਬਰ 2 ਗਰੋ ਅਪ, ਗਰੋ ਇਨਟੂ ਐਨ ਅਡਲਟ। ਗਰੋ ਅਪ ਦਾ ਮਤਲਬ ਬਾਲਗ ਹੋਣਾ, ਵੱਡੇ ਹੋਣਾ, ਹੈ ਨਾ। ਹਿਜ਼ ਚਿਲਡਰਨ ਹੈਵ ਆਲ ਗਰੋਨ ਅਪ, ਉਸਦੇ ਸਾਰੇ ਬੱਚੇ ਵੱਡੇ ਹੋ ਗਏ ਆ, ਹੈ ਨਾ, ਬਾਲਗ ਹੋ ਗਏ ਆ। ਨੰਬਰ 3 ਕ੍ਰॉल, ਟੂ ਮੂਵ ਸਲੋਲੀ ਔਨ ਬੰਸ ਵੈਲੀ ਔਰ ਹੈਂਡਸ ਐਂਡ ਨੀਜ਼। ਠੀਕ ਹੈ, ਰਿੰਗਣਾ ਆਰਾਮ, ਮਤਲਬ ਹੌਲੀ ਹੌਲੀ ਪੇਟ ਦੇ ਭਾਰ ਜਾਂ ਹੱਥਾਂ ਦੇ ਨਾਲ ਜਾਂ ਗੋਡਿਆਂ ਦੇ ਭਾਰ ਮਤਲਬ ਨੀਚੇ ਲੇਟਣਾ ਜਾਂ ਰਿੰਗਣਾ। ਠੀਕ ਹੈ, ਦ ਬੇਬੀ ਹੈਜ਼ ਜਸਟ ਲਰਨ ਟੂ ਕ੍ਰॉल, ਬੱਚਾ ਅਜੇ ਕ੍ਰੋਲਿੰਗ ਕਰਨਾ ਹੀ ਸਿੱਖ ਰਿਹਾ ਹੈ। ਠੀਕ ਹੈ, ਮਕੈਨਿਕ, ਅ ਪਰਸਨ ਹੂਜ਼ ਜੋਬ ਇਜ਼ ਟੂ ਰਿਪੇਅਰ ਮਸ਼ੀਨਸ। ਹਾਂਜੀ, ਹੁਣ ਮਕੈਨਿਕ ਕੌਣ ਹੁੰਦਾ, ਜਿਹੜਾ ਮਤਲਬ ਜਿਹੜਾ ਇਨਸਾਨ ਮਸ਼ੀਨਾਂ ਦੀ ਮੁਰੰਮਤ ਕਰਦਾ ਆ। ਹਿਜ਼ ਬ੍ਰਦਰ ਇਜ਼ ਅ ਗੁੱਡ ਕਾਰ ਮਕੈਨਿਕ, ਉਸਦਾ ਭਰਾ ਇੱਕ ਵਧੀਆ ਕਾਰ ਮਕੈਨਿਕ ਹੈ। ਵੇ ਆਊਟ, ਅ ਵੇ ਆਫ escaping ਅ ਪ੍ਰੋਬਲਮ। ਹਾਂਜੀ, ਵੇ ਆਊਟ ਮੀਨਸ ਹੱਲ ਲੱਭ ਲੈਣਾ, ਹੈ ਨਾ, ਕਿਸੇ ਪ੍ਰੋਬਲਮ ਦਾ। ਦੇਅਰ ਵਾਜ਼ ਨੋ ਵੇ ਆਊਟ ਐਂਡ ਵੀ ਹੈਡ ਟੂ ਫੇਸ ਦਾ ਸਿਚੁਏਸ਼ਨ, ਵੀ ਕੋਈ ਹੋਰ ਰਸਤਾ ਨਹੀਂ ਸੀ, ਇਸ ਕਰਕੇ ਸਾਨੂੰ ਉਸ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅੱਗੇ ਨੰਬਰ 6 ਐਟ ਆਲ, ਇਨ ਐਨੀ ਵੇ, ਟੂ ਐਨੀ ਡਿਗਰੀ, ਵੀ ਕਿਸੇ ਵੀ ਤਰੀਕੇ ਨਾਲ, ਹੈ ਨਾ। ਆਈ ਡੋਂਟ ਲਾਈਕ ਹਿਜ਼ ਹੈਬਿਟ ਆਫ ਟੈਲਿੰਗ ਲਾਈਜ਼ ਐਟ ਆਲ, ਅਤੇ ਵੀ ਮੈਂ ਉਹਦੀ ਝੂਠ ਬੋਲਣ ਦੀ ਆਦਤ ਜਿਹੜੀ ਆ ਉਹਨੂੰ ਕਿਸੇ ਵੀ ਤਰ੍ਹਾਂ ਪਸੰਦ ਨਹੀਂ ਕਰਦਾ। ਔਨ ਆਲ ਫੋਰਸ, ਬੈਂਟ ਓਵਰ ਵਿਦ ਹੈਂਡਸ ਐਂਡ ਨੀਜ਼ ਔਨ ਦਾ ਗਰਾਊਂਡ, ਇਹ ਵੀ ਆਪਣੇ ਹੱਥਾਂ ਨਾਲ, ਦੋਨੇ ਹੱਥ ਨੀਚੇ ਅਤੇ ਪੈਰਾਂ ਦੇ ਨਾਲ, ਹੈ ਨਾ। ਗਰਾਊਂਡ ਦੇ ਮੀਨਸ ਝੁਕਣਾ, ਮਤਲਬ ਜ਼ਮੀਨ 'ਤੇ ਝੁਕਣਾ ਆਪਣੇ ਹੱਥਾਂ ਅਤੇ ਪੈਰਾਂ ਦੇ ਸਹਾਰੇ। ਵੀ ਵੈਂਟ ਕ੍ਰਾਲਿੰਗ ਔਨ ਆਲ ਫੋਰਸ ਅਮੰਗ ਦਾ ਬੁਸ਼ਿਜ਼, ਅਸੀਂ ਸਾਰੇ ਮਤਲਬ ਬੁਸ਼ਿਜ਼ ਹੁੰਦੀਆਂ ਝਾੜੀਆਂ, ਹੈ ਨਾ, ਝਾੜੀਆਂ ਦੇ ਵਿੱਚ ਸਾਰੇ ਮਤਲਬ ਆਪਣੇ ਹੱਥਾਂ 'ਤੇ ਆਪਣੇ ਪੈਰਾਂ ਦੇ ਨਾਲ ਝੁਕ ਕੇ ਮਤਲਬ ਕ੍ਰੋਲਿੰਗ ਕਰਨ ਲੱਗ ਗਏ, ਸਾਰੇ ਰੇਂਗਣ ਲੱਗ ਗਏ। ਸਟ੍ਰੇਂਜਰ ਐਨ ਅਨਨੋਨ ਪਰਸਨ, ਸਟ੍ਰੇਂਜਰ ਹੁੰਦਾ ਜਿਹਨੂੰ ਆਪਾਂ ਜਾਣਦੇ ਨਹੀਂ, ਹੈ ਨਾ, ਅਜਨਬੀ। ਇਟ ਇਜ਼ ਨੈਵਰ ਸੇਫ ਟੂ ਐਕਸੈਪਟ ਈਟੇਬਲਸ ਫਰੋਮ ਅ ਸਟ੍ਰੇਂਜਰ, ਕਹਿੰਦੇ ਕਿ ਜੇ ਆਪਾਂ ਕਿਸੇ ਮਤਲਬ ਜਿਹੜੇ ਇਨਸਾਨ ਨੂੰ ਆਪਾਂ ਜਾਣਦੇ ਨਹੀਂ, ਜੇ ਆਪਾਂ ਉਹਦੇ ਤੋਂ ਕੁਛ ਲੈ ਕੇ ਖਾ ਲੈਂਦੇ ਹਾਂ, ਠੀਕ ਹੈ, ਸਵੀਕਾਰ ਕਰ ਲੈਂਦੇ, ਜੋ ਆਪਾਂ ਨੂੰ ਖਾਣ ਲਈ ਕੁਛ ਦਿੰਦਾ, ਤਾਂ ਉਹ ਸੁਰੱਖਿਅਤ ਨਹੀਂ ਹੁੰਦੀ, ਹੈ ਨਾ, ਉਹ ਗੱਲ ਸਹੀ ਨਹੀਂ ਹੁੰਦੀ। ਠੀਕ ਹੈ, ਵੀ ਆਪਾਂ ਨੂੰ ਕਿਸੇ ਅਨਨੋਨ ਪਰਸਨ ਤੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ, ਹੈ ਨਾ। ਹਾਂਜੀ, ਨੈਕਸਟ ਹੈਗਾ ਸਕ੍ਰੈਚ, ਰਬ ਦਾ ਸਕਿਨ ਵਿਦ ਨੇਲਸ, ਆਪਣੇ ਨੋਹਾਂ ਦੇ ਨਾਲ ਸਕਿਨ ਜਾਂ ਮਤਲਬ ਕੋਈ ਵੀ ਚੀਜ਼ ਨੂੰ ਰਗੜਨਾ। ਠੀਕ ਹੈ, ਵਾਈ ਆਰ ਯੂ ਸਕ੍ਰੈਚਿੰਗ ਯੋਰ ਹੈਡ, ਇਜ਼ ਦੇਅਰ ਐਨੀ ਪ੍ਰੋਬਲਮ, ਕਹਿੰਦੇ ਕਿ ਤੂੰ ਆਪਣੇ ਜਿਹੜੇ ਹੱਥਾਂ ਨਾਲ ਆਪਣੀ ਸਕਿਨ ਹੈ ਜਾਂ ਆਪਣਾ ਸਿਰ ਆ ਉਹਨੂੰ ਕਿਉਂ ਰਗੜ ਰਿਹਾ ਆ, ਵੀ ਕੀ ਕੋਈ ਪ੍ਰੋਬਲਮ ਹੈ, ਹੈ ਨਾ, ਕਿ ਕੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ। ਫੋਰ ਅ ਵਾਈਲ, ਫੋਰ ਅ ਪੀਰੀਅਡ ਆਫ ਟਾਈਮ, ਹੈ ਨਾ, ਕੁਝ ਸਮੇਂ ਲਈ। ਦ ਟੂ ਫਰੈਂਡਸ ਸੈਟ ਟੂਗੈਦਰ ਇਨ ਦ ਪਾਰਕ ਐਂਡ ਚੈਟਡ ਫੋਰ ਅ ਵਾਈਲ, ਵੀ ਦੋਨੇ ਦੋਸਤ ਜਿਹੜੇ ਸੀਗੇ ਉਹ ਥੋੜ੍ਹਾ ਕੁ ਟਾਈਮ ਦੇ ਲਈ ਉੱਥੇ ਬੈਠ ਗਏ ਪਾਰਕ ਦੇ ਵਿੱਚ, ਅਤੇ ਕੁਛ ਟਾਈਮ ਉਹਨਾਂ ਨੇ ਗੱਲਾਂ ਕੀਤੀਆਂ। ਠੀਕ ਹੈ, ਚੈਟਡ, ਗੱਲਾਂ ਕਰਨੀਆਂ, ਹੈ ਨਾ ਜੀ। ਨੈਕਸਟ ਇਜ਼ ਟੈਕਸਚੁਅਲ ਕੰਪਰੀਹੈਂਸ਼ਨ, ਆਂਸਰ ਈਚ ਕੁਐਸਚਨ ਬਰੀਫਲੀ। ਹਾਂਜੀ, ਹੁਣ ਇਹ ਕੁਐਸਚਨ ਆਂਸਰਸ ਆ, ਚੈਪਟਰ ਦੇ ਵਿੱਚ ਸਾਰੇ ਕੁਐਸਚਨਸ ਦੇ ਆਂਸਰ ਹੈਗੇ ਆ,
ਆਪਾਂ ਲੈਸਨ ਰੀਡ ਕਰ ਲਿਆ, ਤੁਹਾਨੂੰ ਮੈਂ ਇੱਕ ਵਾਰੀ ਸਮਝਾ ਦਿੰਦੀ ਹਾਂ ਤੇ ਤੁਸੀਂ ਲੈਸਨ ਦੇ ਵਿੱਚੋਂ ਇਹ ਕੁਐਸਚਨਸ ਦੇ ਆਨਸਰ ਫਾइंड आउट करके अपने कॉपी रफ कॉपीज़ से पहला लिखियो। ठीक है, देखो नंबर 1, हाँ जी, फर्स्ट क्वेश्चन हैगा वाई डिड डैडी वॉन्ट टू बी अ नाइट वॉचमैन। हाँ जी, डैडी जिहड़े सी वो नाइट वॉचमैन क्यों बनना चाहुंदे सी, पढ़िया सी ना आपां क्यों बनना चाहुंदा सी, उन्हें किहड़ी चीज़ उन्होंने वॉचमैन दी वधिया लगी सी, है ना, भी एट नाइट वॉचमैन इज़ अप वाइल द होल टाउन इज स्लीप, है ना, भी जो सारे सुत्ते हुंदे आ ते कल्ला वॉचमैन ही जागदा हुंदा, है ना, ते जो मर्जी कर सकदा हुंदा, है ना, शोर शराबा जो मर्जी। ठीक है, पढ़िया सी ना, वो वाला इहदा आंसर लिखना। सैकेंड हैगा वाई डिड ही वॉन्ट टू बी एन आइसक्रीम मैन। फिर हुण उहने उस तो बाद की कहा सी भी आइसक्रीम मैन बनना मैं, है ना, हुण तुसीं ये भी दसो भी डैडी आइसक्रीम मैन बनना क्यों चाहुंदा सी। ठीक है, अगे नंबर 3, what was it that he saw in an auto workshop। हुण उहने ऑटो वर्कशॉप दे विच की देखिया सी। अगला क्वेश्चन नंबर 4, what was it that daddy liked about a car mechanic। हाँ जी, कार मकैनिक दी किहड़ी गल उहनूं वधिया लगी सी। क्वेश्चन नंबर 5, how did daddy say he would both be a car mechanic and an ice cream man। हुण डैडी ने ये गल किवें कही सी कि भी मैं दोनों काम भी कर लूँगा, कार मकैनिक भी बन जूँ ते आइसक्रीम मैन भी बन जूँ। ठीक है, अगे वाई डिड डैडी वॉन्ट टू स्क्रैच बिहाइंड हिज ईयर विद हिज फुट। हाँ जी, हुण डैडी अपने पैर दे नाल अपने कान दे पिछे स्क्रैच करना क्यों सीख रहा सी, है ना, क्यों कर रहा सी वो, जां क्यों सीखना चाहुंदा सी इस चीज़ नूं। अगे नंबर 7, what was it that made daddy feel ashamed of himself। फिर वो इस तरह की किहड़ी गल हो गई सी जिहदे करके जिहड़े लिटल डैडी सी उन्होंने शर्मिंदगी महसूस हुई सी। पढ़िया सी ना आपां भी, है ना, आंसर इहदा लिखना। अगे क्वेश्चन नंबर 8, when did daddy stop thinking what he wanted to be। ते फिर उन्हें उस तो बाद कदों यह गल सोचनी शुरू की सी भी हुण इह चीज़ बारे मैं नहीं सोचना भी मैं की बनना आ। ठीक है, अगे क्वेश्चन नंबर 9, what does daddy think now to be the most important thing। ते हुण लास्ट दे विच आपां देखिया सी कि सब तो जरूरी जिहड़ी महत्वपूर्ण गल सी, है ना, वो की सीखी सी उन्होंने, और डैडी ने की सीखी सी वो दसनी है तुसीं। ठीक है, अगे आ गया who said these words and to whom in the story। हाँ जी, हुण नीचे बड़े जिहड़े वर्ड्स लिखे हुए सेंटेंसिस लिखे हुए आ, ये गल्लां किसने किसनूं कहियां सी ये दसना। हाँ जी, नंबर 1, who's that man, भी ये आदमी कौन है, ये किहने कहा सी, लिटिल डैडी टू वन ऑफ हिज पेरेंट्स, है ना, उन्होंने पूछा सी। हाँ जी, अगे what are you doing, ये किहने कहा सी, द सेज टू लिटिल डैडी, है ना, सेज ने कहा सी उन्होंने भी तू की करदा। अगे आई एम ट्राइंग टू बी अ डॉग, तो फिर उन्होंने आ गल किहने कही सी, लिटिल डैडी ने कही सी ना, लिटिल डैडी टू द सेज, उन्होंने कहा सी ना संत नूं। हाँ जी, अगे हैगा थिंक अबाउट दैट योरसैल्फ, आ गल किहने कही सी, द सेज टू लिटिल डैडी, है ना, उन्होंने कही सी। अगे नंबर 5 ते की है, दिस इज़ द मोस्ट इंपॉर्टेंट थिंग वट एवर यू वॉन्ट टू बी, ये कहने गई सी, लिटिल डैडी टू द ऑथर। ठीक है, ऑथर का मतलब जिन्हें लिखिया है, राइटर, उन्होंने कही सी। ठीक है, अगे आ गया कंप्लीट ईच सेंटेंस विद द सूटेबल वर्ड्स फ्रॉम द बॉक्स। हाँ जी, हुण आपां इहदे च की करना भी आपां जिहड़ा नीचे बॉक्स बनया होया इहदे विचों जिहड़े भी मैच करदे उपर वाले सेंटेंस दे नाल उहनूं उहदे सामने सामने लिखना। ठीक है, हाँ जी, नंबर 1 ते हैगा आई विल सैल आइसक्रीम फॉर डैश। हाँ जी, हुण इहदा की आ सकदा, इहदा आ सकदा इन्हां विचों आई विल सैल आइसक्रीम फॉर सम टाइम इन द मॉर्निंग। ठीक है, ये आ सकदा। हाँ जी, नैक्सट हैगा एवरीवन हैड टू एग्री डैश, इहदे च की आएगा विद लिटिल डैडी, इहदे नाल इहदा मैच आ सकदा। ही वॉज क्वाइट सर्टन ही, हाँ जी, ये आ सकदा आ वाला wanted to be a night watchman। अगे a man does not have to know how to scratch behind his ear with his foot। ठीक है, इहदा यही आ गया। हाँ जी, नेक्स्ट हैगा the sage had not explained to him, इहदा आ गया आ वाला ही what a man is like। ठीक है, ठीक।
हाँ जी, नेक्स्ट आ गया वोकैबलरी इनरिचमेंट। मैच द वर्ड्स इन कॉलम ए विद देयर मीनिंग्स इन कॉलम बी। हाँ जी, इत्थे हुण तुसीं मैचिंग करने आ, चाहे तो मैच कर दिओ चाहे नंबरिंग कर दिओ, ठीक, जिद्दां ईजी लगदा उस तरह कर दिओ। हाँ जी, ए साइड ते हैगा फर्स्ट नंबर ते पायलट। हुण पायलट नूं आपां किहदे नाल मैच कर सकदे आ? पायलट कौन हुंदा? इधरों देखो, नंबर 2 ते की लिखिया होया? वन हू फ्लाइज एन एयरक्राफ्ट। ते नैक्सट आ गया एक्टर। एक्टर दा की आ गया? वन हू एक्ट्स इन अ फिल्म और ऑन द स्टेज। अगे क्लर्क। हाँ जी, वन हू कीप्स रैकर्ड्स इन एन ऑफिस। आ वाला सेलर, इहदा की आ सकदा इहदे चों? लास्ट वाला, वन हू इज़ अ मैंबर ऑफ द क्रू ऑन अ शिप। ठीक है, नैक्सट हैगा स्ट्रेंजर, वन हू यू डू नॉट नो। ठीक है, ये अगे आ गया शेफर्ड, वन हू लुक्स आफ्टर शीप। अगे हैगा मैकेनिक, मैकेनिक दा आ गया वन हू रिपेयर्स मशीन्स। अगे आ गया वॉचमैन, वॉचमैन देखो उपर पिया सब तो, वन हू कीप्स अ वॉच। क्लियर? ये हुण इस तरीके नाल तुसीं मैचिंग कर दो जां नंबरिंग कर लो। चलो नैक्सट देखते हैं। हाँ जी, यूज एनी ऑफ द प्रीफिक्सेस इन, अन और डिस टू मेक द ओपोजिट ऑफ। हाँ जी, हुण प्रीफिक्स तो पता ही है ना, प्रीफिक्स की हुंदे आ? प्रीफिक्स हुंदे आ अगेतर, है ना। A prefix is a letter or group of letters added to the beginning of a word to change its meaning as rearrange, dishonest, illiterate, etc. कहता कि प्रीफिक्स एक लैटर ਜਾਂ ਲੈਟਰਸ ਦਾ ਇੱਕ ਗਰੁੱਪ ਹੁੰਦਾ ਜਿਹੜਾ ਕਿ ਕਿਸੇ ਵਰਡ ਦੀ ਸ਼ੁਰੂ ਦੇ ਵਿੱਚ ਐਡ ਕੀਤਾ ਜਾਂਦਾ, ਠੀਕ ਹੈ, ਤੇ ਜਿਹਦੇ ਨਾਲ ਉਹਦਾ ਮੀਨਿੰਗ ਚੇਂਜ ਹੋ ਜਾਂਦਾ, ਠੀਕ ਹੈ, ਤੇ ਉਹਦਾ ਆਪੋਜ਼ਿਟ ਹੋ ਜਾਂਦਾ ਉਹ। We use some prefixes to form opposites as inefficient, unwise, disconnect, irregular। ठीक है, तो कई जो प्रीफिक्स यूज़ करते हैं तो ਉਹਦੇ ਨਾਲ ਉਹਦਾ मीनिंग भी opposite हो ਜਾਂਦਾ, ਉਹਦਾ उल्ट शब्द बन ਜਾਂਦਾ ਉਹ। ठीक है, ਇਹਨਾਂ ਨੇ ਉੱਪਰ ਆਪਾਂ ਨੂੰ ਦਿੱਤੇ ਆ in, un ਤੇ dis, ਉਹਨਾਂ ਨੂੰ ਲਗਾ ਕੇ ਆਪਾਂ ਨੀਚੇ ਵਾਲੇ ਜਿਹੜੇ ਸਾਰੇ ਆ ਉਹ चेंज करने, प्रीफिक्स लगाने, देखना भी कित्थे किहड़ा सही तरीके नाल लग सकदा। हाँ जी, हुण सब तो पहला की सी रियल, रियल दे विच की लग सकदा? इहदा की आ जाएगा? रियल दा इहदा आ जाएगा अनरियल। ठीक है, अगे आ गया ईजी, इहदा की है ना अनईजी। नैक्सट इज एक्टिव दा, एक्टिव दा तुसीं लिख दो इनएक्टिव। ठीक है, अगे आ गया नंबर 4 रिस्पैक्ट दा, इहदा आ गया डिसरिस्पैक्ट। चलो नैक्सट हैगा ओबे, इहदा आ गया डिसओबे, है ना। नैक्सट की है सर्टेन, इहदा हैगा अनसर्टेन। अगे आ गया ह्यूमन, इहदा हैगा इनह्यूमन। अगे आ गया डू, इहदा आ गया अनडू। ठीक है, नैक्सट देखो ऑनर दा डिसऑनर। हाँ जी, नैक्सट करेक्ट दा इनकरेक्ट। हाँ जी, डिफरेंट इनडिफरेंट ते पैक दा अनपैक। ठीक है, ਜਿਹੜੇ ਆਪਾਂ ਨੂੰ ਉੱਤੇ ਦਿੱਤੇ ਸੀ ਨਾ वर्ड्स, बस ਉਹ ਇਹਦੇ ਅੱਗੇ ਲਗਾ ਦੇਣੇ ਆ ਤੇ ਇਹਦੇ ਨਾਲ ਇਹਦਾ opposite चेंज हो जाना, है ना। हाँ जी, ਹੁਣ ਨੈਕਸਟ ਆ ਗਿਆ use the correct form of the given words to fill in the blanks। हाँ जी, स्टार्टिंग ਦੇ ਉੱਤੇ words ਦਿੱਤੇ ਹੋਇਆ ਤੇ ਅੱਗੇ fill ups ਦਿੱਤੀਆਂ ਹੋਈਆਂ ਤੇ ਇਸ ਵਰਡ ਨੂੰ ਯੂਜ਼ ਕਰਕੇ ਸਹੀ ਫਾਰਮ ਕਿਹੜੀ ਆ ਉਹਦੀ ਉਹ ਆਪਾਂ ਦੇਖਣੀ ਆ। ਹੁਣ ਸਭ ਤੋਂ ਪਹਿਲਾਂ ਕੀ ਆ, ਦਿਸ ਬੁੱਕ ਹੈਜ਼ ਮੈਨੀ ਡੈਸ਼ ਸਟੋਰੀਜ਼। ਇਹ 'ਚ ਕੀ ਆ ਸਕਦਾ? ਇੰਟਰਸਟ ਯੂਜ਼ ਕਰਨਾ ਆਪਾਂ। ਇੱਥੇ ਕੀ ਬਣਾ ਸਕਦੇ ਆ? ਇੰਟਰਸਟਿੰਗ। ਠੀਕ ਹੈ, ਇੰਟਰਸਟ ਤੋਂ ਕੀ ਬਣ ਗਿਆ? ਇੰਟਰਸਟਿੰਗ। ਇੱਥੇ ਲਿਖ ਦਿਓ ਤੁਸੀਂ ਇੰਟਰਸਟਿੰਗ। ਅੱਗੇ ਆ ਗਿਆ ਰੀਅਲ। ਹਾਂਜੀ, ਆਈ ਐਮ ਨੋਟ ਡੈਸ਼ ਸੈਟਿਸਫਾਈਡ ਵਿਦ ਯੋਰ ਵਰਕ। ਇੱਥੇ ਕੀ ਆ ਗਿਆ? ਰੀਅਲੀ। I am not really satisfied, है ना। अगे आ गया shame, you should be dash of your behavior। इत्थे क्या होगा? ashamed। ठीक है, ashamed। अगे I saw two dash standing outside the house। इत्थे क्या गया? strangers, है ना, two strangers। अगे explain, you will have to give an
एक्सप्लेनेशन। ठीक है, एक्सप्लेन तो की बन गया एक्सप्लेनेशन। यू विल हैव टू गिव एन एक्सप्लेनेशन ऑफ योर एबसेंस। हाँ जी, अगे आ गया 6 नंबर ते डिफरेंट। वट इज़ द डैश बिटवीन मैन एंड एन एनिमल। इत्थे की आ गया डिफरेंस। ठीक है, ये आ जाएगा डिफरेंस। हाँ जी, नैक्सट आ गया हुण ग्रामर इन यूज़। Complete the following rules for the use of articles using correct words from the box। ਹੁਣ ਦੇਖੋ ਉੱਪਰ ਲਿਖਿਆ ਹੋਇਆ ਵੀ ਨੀਚੇ ਬਾਕਸ ਦੇ ਵਿੱਚੋਂ ਤੁਸੀਂ ਮੈਚ ਇਹਦੇ ਨਾਲ ਦੇਖਣਾ ਫਸਟ 3 ਕਿ ਇਹਦੇ ਨਾਲ ਕਿਹੜਾ ਸਹੀ ਮੈਚ ਹੁੰਦਾ ਹੈ ਨਾ। We use a with। ਹੁਣ ਇਹ ਆਪਾਂ ਕਿਹਦੇ ਨਾਲ ਯੂਜ਼ ਕਰਨੀ ਆ, ਇੱਥੇ ਦੇਖੋ ਲਿਖਿਆ ਇਹ ਯੂਜ਼ ਹੁੰਦੀ ਆ ਕੌਨਸੋਨੈਂਟ ਸਾਊਂਡ ਨਾਲ। ਠੀਕ ਹੈ, ਕੌਨਸੋਨੈਂਟ ਸਾਊਂਡ ਕਿੰਨੇ ਹੁੰਦੇ ਆ 21 है ना। अगे आ गया वी यूज एन विद, तो एन आप किहदे नाल यूज करते हैं वोवल साउंड। किन्ने हुंदे वोवल टोटल 5। हाँ जी, अगे आ गया वी यूज द विद। हुण द किहदे नाल यूज हुंदा इहदे नाल अ पर्टिकुलर पर्सन प्लेस और थिंग, किसी खास व्यक्ति जगह जां चीज़ दे लई। हाँ जी, हुण हैगा नंबर 2 फिल इन द ब्लैंक्स विद सूटेबल आर्टिकल्स। ਹੁਣ ਆਪਾਂ ਇਹਦੇ 'ਚ ਆਰਟੀਕਲ ਯੂਜ਼ ਕਰਨੇ ਆ। ਠੀਕ ਹੈ, ਜਾਂ ਏ ਜਾਂ ਐਨ ਜਾਂ ਦ, ਇਹਨਾਂ 'ਚੋਂ ਜਿਹੜਾ ਵੀ ਸਹੀ ਕਿਤੇ ਆ ਸਕਦਾ ਉਹ ਦੇਖਣਾ ਆਪਾਂ। ਨੰਬਰ 1 ਦੇਖੋ ਕੀ ਹੈ, ਫਸਟ ਫਿਲਅਪ ਹੈ ਡੈਸ਼ ਪੁਲਿਸ ਹੈਵ ਬੀਨ ਲੁਕਿੰਗ ਫॉर ਡੈਸ਼ 8 ਈਅਰ ओल्ड बॉय हु ट्राइड टू रॉब डैश स्वीट शॉप विद डैश गन। हाँ जी, हुण स्टार्टिंग ते की आएगा द पुलिस। ठीक है, स्टार्टिंग ते की लिख दो द पुलिस। उस तो बाद देखो डैश 8 ईयर ओल्ड, ये की लिखो एन 8 ईयर ओल्ड। ठीक है, इत्थे एन पा दो। अगे आ गया डैश स्वीट शॉप, इत्थे की आ गया अ स्वीट शॉप है ना अ। उस तो बाद देखो डैश गन अ गन। ठीक है, चलो नेक्स्ट आ गया द बॉय थ्रू डैश कैरियर बैग एट डैश शॉपकीपर एंड आस्क्ड हिम टू फिल इट अप। हाँ जी, हुण इहदे च की होगा द बॉय थ्रू अ कैरियर बैग। उस तो बाद डैश शॉपकीपर द शॉपकीपर। ठीक है, एंड आस्क्ड हिम टू फिल इट अप। ठीक है, उस तो बाद देखो आई डू नॉट नो, I don't know whether he wanted me to fill dash bag, fill the bag with sweets or bunny, said dash, said the shopkeeper to dash police, to the police. I am not sure if dash gun, if the gun was real or not, but I don't think it was a टॉय गन। ठीक है, ये वाले आर्टिकल्स इस तरीके ना इन्हां च यूज होंगे। हाँ जी, नेक्स्ट है पार्ट 3 कंप्लीट ईच सेंटेंस सो दैट इट मीन्स द सेम एज द वन अबव इट। हाँ जी, हुण कहते कि नीचे जिहड़े भी नंबर 1 ते लिखिया होया भी ओहदा मीनिंग सेम तुसी दूसरे सेंटेंस नूं भी उस तरीके नाल बनाउणा कि ओहदा मीनिंग उही रहे जो फर्स्ट नंबर दा है। ठीक है, इस तरीके नाल आप चेंज करना है। जिस तरह लिखा हुआ हूज दैट मैन डैडी आस्क्ड, डैडी ने पूछा भी ओ आदमी कौन है। हुण इहनूं आपां की लिखांगे इत्थे डैडी आस्क्ड हू तो बाद की लिखांगे दैट मैन वॉज। ठीक है, इत्थे आए ना दैट मैन वॉज, भी डैडी ने पूछा सी कि ओ आदमी कौन है। ठीक है, इहदा मीनिंग फिर भी उही रहा ना जो फर्स्ट नंबर ते लिखिया सेम उही रहा, बस तुसी इत्थे लिख देना दैट मैन वॉज। नंबर 2 वट आर यू डूइंग ही आस्क्ड डैडी। हाँ जी, हुण इत्थे की होगा ही आस्क्ड डैडी वट ही वॉज डूइंग। ठीक है, इत्थे तुसी लिख देना ही वॉज डूइंग, बाकी तो लिखे ही होया। अगे आ जाओ नंबर 3 डैडी सैड आई वॉन्ट टू बी एन आइसक्रीम मैन। हुण इहदा की लिखोगे डैडी सैड दैट ही तो लिखे होया, तुसी की लिख दोगे वॉन्टेड टू बी एन आइसक्रीम मैन। ठीक है, wanted to be an ice-cream man। अगे नंबर 4 डैडी said there is nothing to do at night, डैडी said that there। हुण there तो बाद तुसी की लिखना was nothing to do at night। ठीक है, was nothing
to do at night? हाँ जी, नंबर 5, I have been a man for a long time said daddy। हाँ जी, हुण इच की लिखोगे daddy said that he। हाँ जी, he तो बाद की लिखोगे had been man for a long time। ठीक है। हाँ जी, नेक्स्ट देखते हैं, don't you want to be a man? the sage asked daddy। हाँ जी, the sage asked daddy if। हाँ जी, हुण इत्थे की होना if तो बाद he did not want to be a man। ठीक है, he did not want to be a man, ये इत्थे लिख दो तुसीं। क्लियर। चलो अगे देखिए। हाँ जी, नेक्स्ट हैगा पंक्चुएट द फॉलोइंग यूजिंग कैपिटल लैटर्स वेयर नैसेसरी। हाँ जी, हुण इत्थे पंक्चुएशन करनी है आपां, है ना, विश्राम चिन्ह हुंदे ना, ਉਹ लगाने आ। कैपिटल लैटर्स जिथे जरूरत आ उत्थे कैपिटल लैटर्स भी लगाओ, जिथे होर साइन जिहड़े चाहिदे हुंदे आ ना, जिथे जरूरत है वो भी लगाओ। हाँ जी, इहनूं किस तरह चेंज करना, हुण नंबर 1 नूं किस तरह चेंज करना वो देख लो। सब तो पहलां तां सारियां दे उपर ही तुसीं की करना, हरेक दा फर्स्ट लैटर तां हरेक दा ही कैपिटल आ जाऊगा, है ना। स्टार्टिंग दा पहला लैटर जिहड़ा हुंदा वो हमेशा की हुंदा, कैपिटल हुंदा। ये चीज़ कर लैनी आ। उस तो बाद नैक्सट चीज़ की, जिथे एक सेंटेंस खत्म हुंदा, ठीक है, उत्थे की आंदा हुंदा फुल स्टॉप। ठीक है, बट जे वो क्वेश्चन सेंस च हैगा, क्वेश्चन पूछा गया तो लास्ट दे विच क्वेश्चन मार्क आंदा हुंदा, है ना। दूजी चीज़ हो गई। तीसरी चीज़ ये आ कि जे इत्थे जिहड़े किसी दे कहे होए वर्ड्स हुंदे आ सेंटेंस दे विच, है ना, उहनूं आपां काहदे च लिखदे हुंदे आ, इनवर्टेड कॉमास दे विच। क्लीयर। उहनूं स्टार्टिंग ते कॉमा उपर हुंदे ना 2, ते जिथे वो खत्म हुंदी गल किसी दी उत्थे भी उपर 2। ठीक है, इनवर्टेड कॉमा च उहनूं लिखिया जांदा आ। ठीक है, वो लिख दो। ते नाल होर च की हो सकदा, जिथे हाँ शॉर्ट फॉर्म है इत्थे दित्ती हुई, जिस तरह सैकेंड नंबर ते आरंट लिखा हुआ है ना, आर नॉट दी शॉर्ट फॉर्म दित्ती हुई आ, इत्थे भी आर दी ए दी पहला कैपिटल कर दो, है ना, फिर उस तो बाद एन दे उपर कॉमा पा देना, है ना, आरंट बन जाना है। इस तरह जिहड़ी ये शॉर्ट फॉर्म है ये भी कॉमा पाउणा विच, जां जिथे लिखे हुआ है 4 नंबर ते डैडीज़, है ना, इत्थे हुण इत्थे डैडी दा जिहड़ा डी है वो भी कैपिटल आना, है ना, वो भी कैपिटल च लिखोगे तुसीं। ठीक है, जे कोई विच नाम आ जांदा किसी दा वो भी कैपिटल च ही आएगा, उहनूं फस्ट लैटर नूं कैपिटल कर दो। ठीक है, इस तरीके नाल ये सारे तुहानूं जिहड़े हैगे सेंटेंस दित्ते होए आ जिहदी तुसीं पंक्चुएशन करनी आ। ठीक है, ये जिहड़े पंक्चुएशन दे रूल्स आ जिहड़े मैं तुहानूं हुणी दस्से आ, बस उहनां नूं फॉलो करके इहनूं तुसीं कंप्लीट करना। ठीक है, चलो नैक्सट देखो। चलो एक बारी मैं फस्ट दस ही दिनी तुहानूं नंबर 1 ते, जिस तरह लिखा होया हुज इज़ दैट मैन डैडी आस्क्ड। ठीक है, तो हुण चलो डैडी ने पूछा सी ना भी ये आदमी कौन है, इहनूं आपां किस तरह चेंज करते हैं। सब तो पहलां तुसीं की करना, इनवर्टेड कॉमास स्टार्ट कर लो, क्योंकि ये व्हाट्स द दैट मैन ये डैडी ने गल कही सी, है ना, पूछा सी उन्होंने, तो इसलिए शुरू च इनवर्टेड कॉमा स्टार्ट कर लो। उस तो बाद डबल्यू की कर दो, कैपिटल कर दो, है ना, तो उस तो बाद हू लिख के इज़। ठीक है, हू इज़ दैट मैन। ठीक है, इत्थे लिखना हू इज़ दैट मैन। उस तो बाद फिर की क्वेश्चन सी ना, पूछा सी ना उन्हें ये गल, पिछे क्वेश्चन मार्क पा दो, तो फिर उस तो बाद इनवर्टेड कॉमा क्लोज हो गए, ऊपर बंद हो गए। उस तो बाद डैडी दी डी कैपिटल हो गई, है ना, डैडी आस्क्ड, आस्क्ड तो बाद फुल स्टॉप। ठीक है, इस तरीके नाल फस्ट सेंटेंस जिहड़ा वो कंप्लीट होया। तो इसी तरीके नाल तुसीं बाकी दे भी पंक्चुएशन जिहड़ी इहदी ये करनी है। ठीक है, हाँ जी, नैक्सट इज़ प्रोनंसीएशन प्रैक्टिस। से द फॉलोइंग वर्ड्स अलाउड। हुण आ जिहड़े वर्ड्स दिते होए आ, ठीक है, इन्हां दे आपां बोल के मतलब प्रैक्टिस करनी है। ठीक है, फर्स्ट लाइन देखो, व्हाट, व्हेन, वाइट, विच, वेयर, है ना। तो नंबर 2 वाली लाइन देखो, रिस्ट, राइट, रॉन्ग, रेंच, रेसलर। ठीक है, ये की सी डब्ल्यू साइलेंट सी। नंबर 3 वाली लाइन देखो, सेज, सिप, सन, सीट, सॉफ्ट। आगे आ गई नंबर 4, शिप, शॉप, शू, शीप, शीट। ठीक है, नेक्स्ट देखो, चिन, चॉप, चाट, चीप, चेक। ठीक है, ये सिर्फ तुसी बोलन की प्रैक्टिस करनी है, इन्हां सारिਆਂ ਨੂੰ बोल के देखना। ठीक है, चलो जी नेक्स्ट आ गया कंपोजिशन राइटिंग। ठीक है, नंबर 1, what do you want to be in your life when you grow up। कहता कि तुसी जदों बड़े हो गए तो तुसी अपनी लाइफ च की बनना चाहुंदे आ।
ठीक है। राइट अ शॉर्ट पैराग्राफ ऑन इट गिविंग योर रीजनस, तो तुसी एक छोटा जिहा पैराग्राफ लिखो इसी चीज़ ते, ठीक है। तो तुसी एक नाले भी दसियो भी उहदे कारण भी दसियो, रीजन भी देने भी क्यों बनना चाहुंदे हो, ठीक है। हाँ जी, नैक्सट हैगा नंबर 2, राइट अ फ्यू वर्ड्स ऑफ एडवाइस फॉर योर यंगर ब्रदर और सिस्टर एज, कहते कि तुसी अपने छोटे भैन या भरा नूं एडवाइस देनी, किसी चीज़ की सलाह देनी है ना, भी इस तरह वो करे, उन्होंने आ काम करना चाहिए, सीखना चाहिए। तो किस तरीके नाल एक नंबर 1 ते इन्होंने तुहानूं दस्सिया होया, यू शुड लर्न टू बी अ गुड ह्यूमन बीइंग, तुहानूं एक वधिया मनुख बनना सीखना चाहिए है ना। तो इसी तरह तुसी कुछ होर वर्ड्स अपने वल्लों अपने ब्रदर सिस्टर नूं कई वारी दस दें ना, भी तू आ काम इदां करिया कर, तू इस तरह कर, मतलब कुछ भी एडवाइस दे लई उहनूं दस सकदे आ, है ना। जिस तरह यू शुड वर्क हार्ड, है ना, जां यू शुड बी काइंड, है ना, यू शुड बी सिंसेयर, है ना। इस तरीके दे नाल जो भी तुसी एक दो अपने छोटे ब्रदर सिस्टर नूं एडवाइस दे सकदे आ, वो लिख दो, सेंटेंसिस इत्थे कंप्लीट कर दो लिख के उहनूं, ठीक है। ये सी तुहाडी लास्ट एक्सरसाइज है ना कंपोजिशन राइटिंग दी। तो हुण जिस तरह तुहानूं मैं सारा दस्सिया है भी इहनूं किस तरीके नाल करना आपां, है ना। तो इहनूं कंप्लीट कर लो, एक्सरसाइज नूं भी, चैप्टर नूं पहलां ध्यान नाल रीड कर लो, उस तो बाद इहदियां एक्सरसाइज़ जिहड़ियां वो चंगी तरह कंप्लीट कर लो। तो जिहड़े बच्चों ने फस्ट 2 चैप्टर्स ते पोएम दी वीडियो नहीं देखी अजे तक, तो वो पहलां वो वालियां देखो, पहलां उहनूं कंप्लीट करो, सिलेबस के अकॉर्डिंग चलो, है ना। पहलां पिछलियां देखो, फिर वो एक्सरसाइज वगैरह कंप्लीट करो, उस तो बाद नैक्सट चैप्टर जिहड़ा वो देखो, है ना। इस तरीके नाल तुसीं सीक्वेंस वाइज अपना काम जिहड़ा वो नाल नाल कंप्लीट कर लो, ठीक है। तो जे तुहानूं वधिया लगे वीडियो तो चैनल सबसक्राइब कर लो, तो जिहड़ा बैल आइकन हुंदा उत्ते ओनूं भी प्रैस कर दो, ताकि तुहानूं जिहड़ा कोई भी नोटिफिकेशन है जदों भी कोई न्यू वीडियो अपलोड हुंदी है तुहाडे तक वो पहुँच जाए, ठीक है। तो तुसीं ओनूं देख सको, ठीक है। ओके बेटा, ऑल द वेरी बेस्ट, गॉड ब्लैस यू, थैंक यू।